ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸ਼ਬਦਾਂ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅਤੇ ਮੇਰੇ ਨਾਲ ਇਸ ਵਕਤ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜੇ ਨੇ। ਅਤੇ ਇਸ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਦੇ ਵਿੱਚ ਲੋਕਲ ਏਰੀਆ ਜੋਬ ਦੇ ਲਈ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਤੁਹਾਡੀ ਸਹੂਲਤ ਦੇ ਲਈ ਪੰਜਾਬੀ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 'ਤੇ ਕਾਲ ਕਰ ਸਕਦੇ ਹੋ, ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਸੋ ਰੇਡੀਓ ਪੰਜਾਬ ਟੂਡੇ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕੋ ਬੇਨਤੀ ਹੈ ਕਿ ਤੁਸੀਂ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ। ਇਸ ਤੋਂ ਇਲਾਵਾ ਜੋ ਵੀ ਉੱਥੇ ਐਡਸ ਚੱਲਦੀਆਂ ਨੇ, ਕਿਰਪਾ ਕਰਕੇ ਉਹਨਾਂ ਨੂੰ ਪੂਰਾ ਦੇਖਿਆ ਕਰੋ, ਸਕਿਪ ਨਾ ਕਰਿਆ ਕਰੋ। ਇਹਦੇ ਨਾਲ ਰੈਵਨਿਊ ਜਿਹੜਾ ਹੈ ਰੇਡੀਓ ਪੰਜਾਬ ਟੂਡੇ ਨੂੰ ਆਉਂਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਐਡਵਰਟੀਜ਼ਮੈਂਟਸ ਦੇਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਮੇਰੇ ਨਾਲ 9780141741 'ਤੇ ਸੰਪਰਕ ਕਰ ਸਕਦੇ ਹੋ। ਮੇਰੇ ਨਾਲ ਇਸ ਵਕਤ ਢਿੱਲੋਂ ਸਾਹਿਬ ਜੁੜ ਗਏ ਆ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਤਿਹ ਬੁਲਾਉਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਿਸਾਨ ਮੰਗਾਂ ਸੀ 3 ਕਾਲੇ ਕਾਨੂੰਨ ਰੱਦ ਕਰਨ ਦੀ, ਐਲਾਨ ਹੋ ਗਿਆ। ਆਉਂਦੇ ਸਮੇਂ ਦੇ ਵਿੱਚ ਅੱਗੇ ਕੀ ਹੋਏਗਾ ਉਹ ਮੈਂ ਅਤੇ ਸ਼ਿਵਿੰਦਰ ਜੀ ਦੱਸ ਚੁੱਕੇ ਹਾਂ ਕਿ ਪ੍ਰੋਸੈਸ ਹੈ ਜਿਹੜਾ ਉਹ ਅਡੋਪਟ ਹੋਏਗਾ। ਪਰ ਹੁਣ ਕਹਿੰਦੇ ਜੀ ਪਹਿਲਾਂ ਸ਼ਾਦੀ ਵਾਲਾ ਮਾਹੌਲ ਸੀ, ਵਿਆਹ ਸੀ, ਤਲਾਕ ਨਹੀਂ ਸੀ ਹੋਇਆ, ਤਲਾਕ ਹੋ ਗਿਆ। ਹੁਣ ਭੈਣ ਭਰਾ ਬਣ ਗਏ ਅਤੇ ਹੁਣ ਕਹਿੰਦੇ ਵੀ ਛੋਟੇ ਭਰਾ ਵਜੋਂ ਜਿਹੜੀ ਹੈ ਸਾਡੇ ਨਾਲ ਅਕਾਲੀ ਦਲ ਆ ਸਕਦਾ। ਪਹਿਲਾਂ ਅਕਾਲੀ ਦਲ ਕਹਿੰਦਾ ਸੀਗਾ ਵੀ ਅਸੀਂ ਮਨਮਰਜ਼ੀ ਕਰਾਂਗੇ, ਹੁਣ BJP ਵਾਲੇ ਕਹਿੰਦੇ ਵੀ ਜੇ ਜੀ ਕੀਤਾ ਤਾਂ ਅਕਾਲੀ ਦਲ ਆ ਸਕਦਾ, ਸਾਡੇ ਲਈ ਦਰਵਾਜ਼ੇ ਖੁੱਲ੍ਹੇ ਨੇ। ਦਰਅਸਲ ਜੇ ਆਪਾਂ ਦੇਖੀਏ ਤਾਂ BJP ਨੇ ਇੱਕ ਕਿਸਮ ਦਾ ਅਕਾਲੀ ਦਲ ਤੋਂ ਅਰਜ਼ੀ ਮੰਗੀ ਹੈ। ਅੱਛਾ ਜੀ, ਅਰਜ਼ੀ ਪਾ ਦਿਓ ਵੀ ਜੇ ਤੁਸੀਂ NDA 'ਚ ਵਾਪਸ ਆਉਣਾ ਜਾਂ ਸਾਡੀ ਸਰਪ੍ਰਸਤੀ ਤੁਹਾਨੂੰ ਚਾਹੀਦੀ ਹੈ ਤਾਂ ਫਿਰ ਚਾਹੀਦਾ ਤੁਹਾਨੂੰ ਕਿ ਤੁਸੀਂ ਅਰਜ਼ੀ ਦਿਓ ਅਤੇ ਉਸ ਅਰਜ਼ੀ 'ਤੇ ਅਸੀਂ ਵਿਚਾਰ ਕਰਾਂਗੇ ਜੀ। ਅਤੇ ਅਰਜ਼ੀ ਜਿਹੜੀ ਹੈਗੀ ਉਹ ਅਰਜ਼ੀ ਵੀ ਇਸ ਤਰ੍ਹਾਂ ਨਹੀਂ ਜਿਵੇਂ ਪਹਿਲਾਂ ਵਾਲੀ ਹੁੰਦੀ ਸੀ ਕਿ ਜੀ ਆਓ ਆਪਾਂ ਰਲ ਜਾਈਏ, ਕਿਉਂਕਿ ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਇੱਕ ਪੰਥਕ ਪਾਰਟੀ ਵਜੋਂ ਉਤਪੰਨ ਹੋਇਆ ਸੀ। ਬਿਲਕੁਲ ਜੀ, ਬਿਲਕੁਲ ਪੈਦਾ ਹੋਇਆ ਸੀ ਪੰਥਕ ਪਾਰਟੀ, ਪੰਥਕ ਹਿੱਤਾਂ ਦੀ ਰਾਖੀ ਵਾਸਤੇ। ਲੇਕਿਨ ਅਕਾਲੀ ਦਲ 1995 ਦੇ ਵਿੱਚ ਇਹ ਫੈਸਲਾ ਕਰਦਾ ਹੈ ਕਿ ਇਹ ਪੰਥਕ ਪਾਰਟੀ ਦੀ ਬਜਾਏ ਇੱਕ ਪੰਜਾਬੀ ਪਾਰਟੀ ਹੈ ਜੀ। ਔਰ ਇਹ ਫੈਸਲਾ ਹੁੰਦਾ ਮੋਗੇ ਦੀ ਧਰਤੀ 'ਤੇ। ਉੱਥੇ ਇੱਕ ਵੱਡੀ ਕਾਨਫਰੰਸ ਕਰਕੇ ਉਹਦੇ 'ਚ ਫੈਸਲਾ ਕੀਤਾ ਜਾਂਦਾ ਹੈ ਜੀ। ਫੈਸਲੇ ਦੇ ਕਾਰਨ 2 ਹੈ। ਇੱਕ ਕਾਰਨ ਤਾਂ ਇਹ ਸੀ ਕਿ ਕੰਸਟੀਟਿਊਸ਼ਨਲ ਪ੍ਰੋਬਲਮ ਆ ਗਈ ਕਿ ਜੀ ਹਰ ਪਾਰਟੀ ਹੈ ਜਿਹੜੀ ਉਹਨੂੰ ਇਹ ਕਹਿਣਾ ਪੈਣਾ ਕਿ ਅਸੀਂ ਸੈਕੂਲਰ ਪਾਰਟੀ ਹੈ ਅਤੇ ਆਪਣੇ ਆਪ ਨੂੰ ਸੈਕੂਲਰ ਕਹਾਉਣਾ ਪੈਣਾ। ਕਾਗਜ਼ਾਂ ਪੱਤਰਾਂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਉਹ ਹੈ ਜਿਹੜੀਆਂ ਆਪਣੇ ਆਪ ਨੂੰ ਸੈਕੂਲਰ ਕਹਾਉਂਦੀਆਂ ਨੇ, ਪਰ ਸੈਕੂਲਰ ਉਹ ਨਹੀਂ ਹੋਏ। ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਆਪ ਨੂੰ ਸੈਕੂਲਰ ਕਹਾਉਂਦੀ ਹੈ, ਲੇਕਿਨ ਉਹਦੇ ਅਮਲਾਂ ਨੂੰ ਦੇਖੀਏ ਤਾਂ ਇਹ ਪਤਾ ਲੱਗਦਾ ਕਿ ਉਹ ਹਿੰਦੂਤਵਵਾਦੀ ਪਾਰਟੀ ਹੈ। ਹਿੰਦੂ ਪਾਰਟੀ ਨਹੀਂ, ਹਿੰਦੂਤਵਵਾਦੀ ਪਾਰਟੀ ਹੈ। ਹਿੰਦੂਤਵ ਦੀ ਵਿਚਾਰਧਾਰਾ ਨੂੰ ਉਹ ਲਾਗੂ ਕਰਨ ਵਾਲੀ ਪਾਰਟੀ ਕਰਾ ਰਹੀ ਹੈ। ਇਸੇ ਤਰੀਕੇ ਮਿਸਟਰ ਓਵੈਸੀ ਹੈ ਜਿਹੜੇ ਹੈਦਰਾਬਾਦ ਤੋਂ ਪਾਰਲੀਮੈਂਟ ਦੇ ਮੈਂਬਰ ਹੈ, ਉਹਨਾਂ ਦੀ ਪਾਰਟੀ ਵੀ ਉਹ ਮੁਸਲਮਾਨਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ। ਬਿਲਕੁਲ ਬਹੁਤ ਸਾਰੀਆਂ ਪਾਰਟੀਆਂ ਹੋਈਆਂ ਜਿਹੜੀਆਂ ਵੱਖ-ਵੱਖ ਵਰਗਾਂ, ਵੱਖ-ਵੱਖ ਫਿਰਕਿਆਂ ਦੀ ਗੱਲ ਕਰਦੀਆਂ, ਉਹ ਆਮ ਲੋਕਾਂ ਦੀ ਗੱਲ ਨਹੀਂ ਕਰਦੇ ਜੀ। ਔਰ 1995 ਤੋਂ ਬਾਅਦ 1996 ਦੀ ਹੁੰਦੀ ਹੈ ਇਲੈਕਸ਼ਨ ਪਾਰਲੀਮੈਂਟ ਦੀ ਜੀ। ਉਦੋਂ ਉਹ ਇਲੈਕਸ਼ਨ ਅਕਾਲੀ ਦਲ ਨੇ ਆਪਣੇ ਬਲਬੂਤੇ ਤੇ ਨਹੀਂ ਸੀ ਲੜੀ, ਸਗੋਂ ਉਹ ਇਲੈਕਸ਼ਨ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਲੜੀ ਗਈ ਸੀ। ਕਾਰਨ ਇਹਦਾ ਕੀ ਸੀ? ਉਦੋਂ ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਦਾ ਸਮਝੌਤਾ ਹੋ ਨਹੀਂ ਸਕਦਾ ਸੀ, ਕਿਉਂਕਿ ਜਿਹੜਾ ਸਮਾਂ ਸੀ ਪੁਰਾਣਾ, ਆਪਾਂ ਦੇਖੀਏ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਫਿਰ ਇੱਕ ਸਮਝੌਤਾ ਹੋਇਆ ਸੀ, ਪੰਜਾਬ ਸਮਝੌਤਾ, ਜਿਹਦੇ ਤੇ ਸੰਤ ਲੌਂਗੋਵਾਲ ਨੇ ਬਤੌਰ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਔਰ ਰਾਹੁਲ ਗਾਂਧੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਦਸਤਖਤ ਕੀਤੇ ਸੀ ਜੀ। ਇਹ ਪਹਿਲੀ ਵਾਰੀ ਹੋਇਆ ਸੀ ਭਾਰਤ ਦੇ ਇਤਿਹਾਸ ਦੇ ਵਿੱਚ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਸੇ ਪੋਲੀਟੀਕਲ ਪਾਰਟੀ ਦੇ ਹੈਡ ਨਾਲ ਸਮਝੌਤਾ ਕੀਤਾ। ਪੋਲੀਟੀਕਲ ਪਾਰਟੀ ਨਾਲ ਸਮਝੌਤਾ ਹੋਇਆ। ਬਿਲਕੁਲ। ਉਦੋਂ ਉਹਨਾਂ ਨੇ ਮੰਨ ਲਿਆ ਸੀ ਕਿ ਪੰਜਾਬ ਜਿਹੜਾ ਹੈ ਅਸਲ ਵਿੱਚ ਇਹਦਾ ਜਿਹੜਾ ਹੈਗਾ ਸਰਪ੍ਰਸਤ ਉਹ ਅਕਾਲੀ ਦਲ ਹੈ। ਅਕਾਲੀ ਦਲ ਇਹ ਵੱਖਰੀ ਗੱਲ ਹੈ
ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਮਰਨ ਤੋਂ ਬਾਅਦ, ਉਹਦੇ ਕਤਲ ਤੋਂ ਬਾਅਦ, ਉਹ ਇੰਨੀ ਸਮਰੱਥ ਨਹੀਂ ਸੀ ਕਿ ਉਸ ਸਮਝੌਤੇ ਨੂੰ ਲਾਗੂ ਕਰਵਾਇਆ ਜਾਏ। ਜੇ ਕਿਤੇ ਉਸ ਸਮਝੌਤੇ ਨੂੰ ਲਾਗੂ ਕਰਵਾਉਣ ਵਾਲਾ ਜਿਹੜਾ ਦਿਨ ਆਇਆ ਸੀ 1 ਜਨਵਰੀ 1956, 1 ਜਨਵਰੀ ਸੀ ਮੇਰਾ ਖਿਆਲ, 1986 ਸੌਰੀ, ਜਦੋਂ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨ ਵਾਸਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ ਸੀ, ਦੀਪਮਾਲਾ ਹੋਣ ਵਾਸਤੇ ਸੁਨੇਹੇ ਵੀ ਪਹੁੰਚ ਗਏ ਸੀ ਕਿ ਅੱਜ ਜੀ ਹੋ ਜਾਣਾ ਡਿਕਲੇਅਰ, ਹੋ ਜਾਣਾ ਰਾਤ ਨੂੰ 12 ਵਜੇ ਟਰਾਂਸਫਰ। 86 ਦਾ ਦਿਨ ਚੜ੍ਹਨ ਤੋਂ ਪਹਿਲਾਂ ਇਹ ਸਾਰਾ ਕੁਝ ਹੋ ਜਾਣਾ, ਲੇਕਿਨ ਜਦੋਂ ਨਹੀਂ ਸੀ ਚੜ੍ਹਿਆ, ਉਹ ਨਹੀਂ ਸੀ ਹੋਇਆ। ਜੇ ਸੁਰਜੀਤ ਸਿੰਘ ਬਰਨਾਲਾ ਉਸ ਵੇਲੇ ਥੋੜਾ ਜਿਹਾ ਹੌਸਲਾ ਦਿਖਾਉਂਦਾ, ਉਹ ਅਸਤੀਫਾ ਦੇ ਦਿੰਦਾ, ਤਾਂ ਉਹ ਬੰਦਾ ਪੰਜਾਬ ਦਾ ਹੀਰੋ ਹੋਣਾ ਸੀ ਔਰ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਸੀ। ਤੇ ਅਕਾਲੀ ਦਲ ਨੂੰ ਜਿਹੜੇ ਫਿਰ ਮੇੜਿਆਂ ਦਾ ਸਾਹਮਣਾ ਕਰਨਾ ਪਿਆ ਸੀ, ਉਹ ਸਾਹਮਣਾ ਨਾ ਕਰਨਾ ਪੈਂਦਾ। ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਹਾਲਾਤ ਵਿਗੜ ਗਏ, ਆਪਰੇਸ਼ਨ ਬਲੈਕ ਥੰਡਰ ਹੋਇਆ, ਲੰਬਾ ਸਮਾਂ ਇੱਥੇ ਰਾਸ਼ਟਰਪਤੀ ਰਾਜ ਰਿਹਾ। 1991 ਦੇ ਵਿੱਚ ਚੋਣਾਂ ਹੁੰਦੀਆਂ, ਉਦੋਂ 1991 ਵਾਲੀਆਂ ਚੋਣਾਂ ਜਿਹੜੀਆਂ ਆਖਰੀ ਸਮੇਂ ਤੇ ਭੰਗ ਕਰਤੀਆਂ ਸੀ ਅਕਾਲੀ ਦਲ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਵੱਖੋ ਵੱਖਰੇ ਤੌਰ ਤੇ ਲੜੀਆਂ ਸੀ। 92 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਅਕਾਲੀ ਦਲ ਨੇ ਉਹਦਾ ਬਾਈਕਾਟ ਕਰਦਾ ਸੀ, ਭਾਰਤੀ ਜਨਤਾ ਪਾਰਟੀ ਨੇ ਉਹ ਚੋਣਾਂ ਲੜੀਆਂ ਸੀ। ਲੇਕਿਨ 96 ਵਾਲੀ ਜਿਹੜੀ ਲੋਕ ਸਭਾ ਦੀ ਚੋਣ ਸੀ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਸਮਝੌਤਾ ਕਰਦਾ ਹੀ ਜਾਂ ਨਹੀਂ ਕਰ ਸਕਿਆ ਸੀ ਕਿ ਜੇ ਇਹਨਾਂ ਨਾਲ ਸਮਝੌਤਾ ਕਰ ਲਿਆ ਤੇ ਲੋਕਾਂ ਨੇ ਸਾਨੂੰ ਇਹ ਨਾਲ ਥੂ ਕਰਨੀ। ਬਿਲਕੁਲ 96 ਦੇ ਵਿੱਚ ਉਹ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਸੀ ਬੜੀਆਂ ਸ਼ਾਨ ਨਾਲ ਜਿੱਤੀਆਂ ਸੀ ਇਸ ਗੱਠਜੋੜ ਨੇ। ਜਿਵੇਂ ਅੱਜ ਵਾਲਾ ਗੱਠਜੋੜ ਆ, ਉਹ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨਾਲ ਹੁਣ ਗੱਠਜੋੜ ਹੋਇਆ, ਜੀ ਉਹ ਤੋਂ ਬਾਅਦ ਨਹੀਂ ਹੋਈਆਂ ਸੀ। ਜੇ ਕਿਤੇ ਉਦੋਂ ਜਿਹੜਾ ਉਹ ਗੱਠਜੋੜ ਹੋਇਆ ਸੀ ਜੀ, ਉਹ ਗੱਠਜੋੜ ਤੋਂ ਬਾਅਦ ਉਹਦੀ ਭਾਵਨਾ ਮੁਤਾਬਕ ਚੱਲਦੇ ਰਹਿੰਦੇ ਤਾਂ ਮੇਰਾ ਖਿਆਲ ਹੈ ਵੀ ਅਕਾਲੀ ਦਲ ਨੂੰ ਅਰਜੀ ਦੇਣ ਵਾਲਾ ਨੌਬਤ ਨਾ ਆਉਂਦੀ। ਉਦੋਂ ਫਿਰ ਦਾਨੇਵਾਲੀਆ ਸਾਹਿਬ ਬੜਾ ਖੁਸ਼ ਹੋਇਆ ਇਹ ਕਿ ਜਿਹੜੀਆਂ ਰੀਜਨਲ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕੋਲੇ ਬਹੁਤ ਸੰਮਤੀ ਨਹੀਂ ਸੀ ਆਈ। ਜੀ ਰੀਜਨਲ ਪਾਰਟੀਆਂ ਬੜੀਆਂ ਮਜ਼ਬੂਤ ਹੋ ਕੇ ਨਿਕਲੀਆਂ ਸੀ। DMK ਹੋ ਗਈ, ਤੇਲਗੂ ਦੇਸ਼ਮ ਹੋ ਗਈ, ਅਕਾਲੀ ਦਲ ਹੋ ਗਿਆ, ਉਧਰੋਂ ਅਸਮ ਗਣ ਪ੍ਰੀਸ਼ਦ ਹੋ ਗਈ। ਇਹਨਾਂ ਨੇ ਫੈਸਲਾ ਕਰ ਲਿਆ ਵੀ ਯਾਰ ਵੀ ਆਪਾਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਆਪਾਂ ਝੋਲੀ ਅੱਡ ਕੇ ਇਹਨਾਂ ਦੇ ਮੂਹਰੇ ਜਾਂਦੇ ਆ, ਹੱਥ ਕਰਦੇ ਆ ਵੀ ਸਾਨੂੰ ਖੈਰ ਪਾਓ। ਬਿਲਕੁਲ ਤੇ ਆਪਾਂ ਆਪਦੀ ਸਰਕਾਰ ਕਿਉਂ ਨਾ ਬਣਾ ਲਈਏ, ਆਪਾਂ ਆਪਦੀ ਸਰਕਾਰ ਬਣਾ ਲਈਏ ਤੇ ਅਧਿਕਾਰ ਵੰਡ ਲਾਂਗੇ, ਆਪਸ ਵਿੱਚ ਸਟੇਟਾਂ ਨੂੰ ਵੱਧ ਜਿਹੜਾ ਫੈਡਰਲ ਢਾਂਚਾ ਸਹੀ ਮੈਨੇ ਚ ਲਾਗੂ ਕਰ ਲਾਂਗੇ। ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਣ ਹੋਵੇ। ਗੈਰ ਰਸਮੀ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਮੰਤਰੀ ਬਣਾ ਲਓ। ਬਰਨਾਲੇ ਦੀ ਵਾਰੀ ਆ ਗਈ ਸੀ, ਲੇਕਿਨ ਬਾਦਲ ਸਾਹਿਬ ਨੇ ਕਹਿਤਾ ਸੀ ਨਹੀਂ, ਸਾਨੂੰ ਇਹ ਪਰਵਾਹ ਨਹੀਂ, ਅਸੀਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਤੀ। ਉਹ ਜਿਹੜੀ ਬਿਨਾਂ ਸ਼ਰਤ ਹਮਾਇਤ ਦੇਤੀ ਤੇ ਹਮਾਇਤ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ ਕੀ ਕੁਛ ਹੁੰਦਾ ਰਿਹਾ। ਫਿਰ ਆਇਆ ਵੀ ਸਾਡਾ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਮਝੌਤਾ ਹੈ, ਇਹ ਪੰਜਾਬ ਦੇ ਭਾਈਚਾਰਕ ਏਕੇ ਨੂੰ ਬਰਕਰਾਰ ਰੱਖਣ ਵਾਸਤੇ ਕੀਤਾ ਜਾਂਦਾ। ਫਿਰ ਕਹਿੰਦਾ ਜਿਹੜਾ ਸਾਡਾ ਰਿਸ਼ਤਾ ਇਹ ਜਿਹੜਾ ਹੈਗਾ ਜੀ, ਇਹ ਨਹੁੰ ਤੇ ਮਾਸ ਵਾਲਾ। ਫਿਰ ਉਦੋਂ ਅਗਾਂਹ ਚਲਾ ਗਿਆ, ਕਹਿੰਦੇ ਜੀ ਰਿਸ਼ਤਾ ਪਤੀ ਤੇ ਪਤਨੀ ਵਾਲਾ। ਹੁਣ ਪਤਾ ਨਹੀਂ ਸੀ ਪਤੀ ਕੌਣ ਤੇ ਪਤਨੀ ਕੌਣ, ਚਲੋ ਉਹ ਛੱਡ ਦਈਏ ਆਪਾਂ ਗੱਲ। ਤੇ ਫਿਰ ਤਲਾਕ ਕਦੋਂ ਹੋਇਆ? ਤਲਾਕ ਹੋਣ ਤੋਂ ਪਹਿਲਾਂ ਜੀ ਫਿਰ ਕਹਿੰਦੇ ਵੀ ਇੱਕ ਹੋਰ ਰਫੜ ਪੈ ਗਿਆ ਜੀ। ਉਹ ਰਫੜ ਇਹ ਪਿਆ ਕਿ 3 ਕਾਲੇ ਕਾਨੂੰਨ ਆ ਗਏ। ਕਾਲੇ ਕਾਨੂੰਨਾਂ ਤੋਂ ਪਹਿਲਾਂ 3 ਆਰਡੀਨੈਂਸ ਆ ਗਏ ਜੀ। ਆਰਡੀਨੈਂਸਾਂ ਦੇ ਵਿੱਚ ਅਕਾਲੀ ਦਲ ਭਾਈਵਾਲ ਸੀ ਔਰ ਆਰਡੀਨੈਂਸਾਂ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਆਉਣ ਤੱਕ ਦਾ ਸਮਾਂ ਜੀ, ਅਕਾਲੀ ਦਲ ਨੇ ਉਹਨਾਂ ਆਰਡੀਨੈਂਸਾਂ ਦੀ ਰੱਜ ਕੇ ਵਕਾਲਤ ਪੂਰੀ ਕੀਤੀ, ਠੋਕ ਕੇ ਕੀਤੀ। ਠੀਕ ਹੈ, ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਨੂੰ ਵੀ ਅੱਜ ਬਾਦਲ ਸਾਹਿਬ ਨੇ ਕਿਹਾ ਜੀ ਜਿਹੜੀ ਪਾਰਟੀ ਅਗਾਂਹ ਨੂੰ ਭਵਿੱਖ ਦੇ ਵਿੱਚ ਵੀ ਕੋਈ ਪਾਰਟੀ ਐਡਾ ਜਾਬਰ ਤੇ ਗੈਰ ਸੰਵੇਦਨਸ਼ੀਲ ਕਾਨੂੰਨ ਨਾ ਲੈ ਕੇ ਆਵੇ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਲੈ ਕੇ। ਲੇਕਿਨ ਬਾਦਲ ਸਾਹਿਬ ਇਹ ਭੁੱਲ ਗਏ ਕਿ ਬਾਦਲ ਸਾਹਿਬ ਤੁਸੀਂ ਤਾਂ ਇਹ ਗੱਲ ਕਹੀ ਸੀ, ਇਹ ਤਾਂ ਬਹੁਤ ਵਧੀਆ ਕਾਨੂੰਨ ਹੈ। ਬਾਦਲ ਸਾਹਿਬ ਨੇ ਆਪ ਨਹੀਂ ਕਹੀ ਸੀ, ਉਹਨਾਂ ਤੋਂ ਕਹਾਈ ਗਈ ਸੀ। ਚਲੋ ਜੀ ਫਿਰ ਹੋ ਗਿਆ ਜਦੋਂ ਕਿਸਾਨ ਬਾਦਲ ਪਿੰਡ ਬਰੂਹਾਂ ਤੱਕ ਪਹੁੰਚ ਗਏ ਜੀ, ਫਿਰ ਅਹਿਸਾਸ ਹੋਇਆ ਕਿ ਗਲਤੀ ਬਹੁਤ ਵੱਡੀ ਕਰ ਲਈ ਤੇ ਫਿਰ ਗਲਤੀ ਸੁਧਾਰੀਏ ਤੇ ਨਾਲ ਦੀ ਨਾਲ ਹੀ ਕੈਬਨਿਟ ਤੋਂ ਵੀ ਬੀਬਾ ਜੀ ਦਾ ਅਸਤੀਫਾ ਦਵਾਤਾ ਤੇ ਉਹਦੇ ਨਾਲ ਹੀ ਫਿਰ ਇਹਨਾਂ ਨੇ NDA ਚੋਂ ਵੀ ਬਾਹਰ ਆ ਗਏ ਜੀ। ਮਤਲਬ ਇਹ ਵੀ ਤਲਾਕ ਹੋ ਗਿਆ। ਹੁਣ ਦਾਨੇਵਾਲੀਆ ਸਾਹਿਬ ਗਾਂ ਫਿਰ ਤਲਾਕ ਤੋਂ ਬਾਅਦ ਮੈਨੂੰ ਕਈ ਚੀਜ਼ਾਂ ਨਵੀਆਂ ਯਾਦ ਆ ਗਈਆਂ। ਅੱਗੇ ਹੁੰਦੀ ਸੀ ਵੀ ਜੇ ਛੋਟਾ ਭਰਾ ਮਰ ਜਾਂਦਾ ਤਾਂ ਵੱਡੇ ਦੇ ਜਦੋਂ ਕਹਿੰਦੇ ਵੀ ਹੁਣ ਕੀ ਕਰੀਏ, ਹੁਣ ਇਹਦਾ ਕੀ ਕਰੀਏ, ਬੋਟੀ ਦਾ ਕੀ ਕਰੀਏ, ਫਿਰ ਉਹ ਚਾਦਰ ਪਾਈ ਜਾਂਦੀ ਸੀ। ਜੇ ਵੱਡਾ ਭਰਾ ਮਰ ਜਾਂਦਾ, ਭਰਜਾਈ ਹੁੰਦੀ, ਉਹ ਕਹਿੰਦੇ ਵੀ ਚੰਗਾ ਲੜ ਲਾ ਦਿਓ। ਤੀਜਾ ਫੇਰਾ ਵੀ ਜੇ ਕੋਈ ਦੂਰੋਂ ਨੇੜੇ ਹੁੰਦਾ ਕਿਤੇ ਹੋਰ ਬਣ ਗਿਆ ਵੀ ਹੁਣ ਕੀ ਹੈ ਵੀ ਇਹ ਰੰਡਾ ਤੇ ਉਹ ਰੰਡੀ ਤੇ ਹੁਣ ਕੀ ਕਰੀਏ, ਕਹਿੰਦੇ ਕਰੇਵਾ ਕਰ ਲਓ। ਹੁਣ ਨੌਬਤ ਕਰੇਵੇ ਦੀ ਆ ਗਈ। ਅੱਛਾ, ਕਿਉਂਕਿ ਪਤੀ ਪਤਨੀ ਵਾਲਾ ਤਲਾਕ ਹੋ ਗਿਆ, ਚਾਦਰ ਪੈਣ ਵਾਲਾ ਮੌਕਾ ਨਿਕਲ ਗਿਆ, ਲੜ ਲੱਗਣ ਵਾਲੀ ਗੱਲ ਵੀ ਗਈ। ਹੁਣ ਕਹਿੰਦੇ ਕਰੇਵਾ ਕਰ ਲਓ। ਹੁਣ ਭਾਰਤੀ ਜਨਤਾ ਪਾਰਟੀ ਦਾ ਜਨਰਲ ਸੈਕਟਰੀ ਇੰਚਾਰਜ ਆ ਪੰਜਾਬ ਦਾ, ਉਹਦਾ ਨਾਂ ਹੈ ਦੁਸ਼ਯੰਤ ਗੌਤਮ। ਅੱਛਾ,
ਉਹ ਉੱਤਰਾਖੰਡ ਦਾ ਵੀ ਇੰਚਾਰਜ ਹੈ। ਦੁਸ਼ਯੰਤ ਗੌਤਮ ਨੇ ਕਹਿਤਾ ਵੀ ਜੇ ਭਾਈ ਤੁਸੀਂ ਹੁਣ ਸਾਡੇ ਨਾਲ ਆਉਣਾ ਚਾਹੁੰਦੇ ਹੋ ਜੀ ਤਾਂ ਆ ਜਾਓ, ਪਰ ਐਤਕੀ ਥੋੜਾ ਜਿਹਾ ਫਰਕ ਪਊ। ਅੱਛਾ ਜੀ। ਅੱਗੇ ਜਿਹੜੇ ਹੈਗੇ ਪਤੀ ਤੁਸੀਂ ਹੁੰਦੇ ਸੀ ਤੇ ਪਤਨੀ ਅਸੀਂ ਹੁੰਦੇ ਸੀ, ਹੁਣ ਪਤਨੀ ਦੇ ਰੂਪ 'ਚ ਤੁਹਾਨੂੰ ਆਉਣਾ ਪੈਣਾ ਹੈ, ਜੀ ਜੀ, ਪਤੀ ਦੇ ਰੂਪ 'ਚ ਅਸੀਂ ਆਵਾਂਗੇ। ਭਾਵ ਇਹ ਕਿ ਵੱਡਾ ਹਿੱਸਾ ਵਿਧਾਨ ਸਭਾ ਦੀਆਂ ਸੀਟਾਂ ਦਾ ਸਾਡੇ ਕੋਲੇ ਹੋਊ। ਬਿਲਕੁਲ। ਵੱਡੇ ਭਰਾ ਵਜੋਂ ਆਵਾਂਗੇ, ਛੋਟੇ ਭਰਾ ਵਜੋਂ ਨਹੀਂ ਆਉਂਦੇ। ਅੱਗੇ 23 ਤੁਸੀਂ ਸਾਨੂੰ ਦਿੰਦੇ ਹੁੰਦੇ ਸੀ, ਹੁਣ ਤੁਹਾਨੂੰ ਸਬਰ ਕਰਨਾ ਪੈਣਾ ਹੈ। 23 ਤੋਂ ਵਧਾ ਕੇ 33 ਵੀ ਕਰ ਸਕਦੇ, 43 ਵੀ ਕਰ ਸਕਦੇ, ਪਰ ਕਹਿੰਦੇ ਅੱਧੀਆਂ ਨਹੀਂ ਦੇਵਾਂਗੇ, ਅੱਧੋਂ ਵੱਧ ਸੀਟਾਂ ਤੇ ਅਸੀਂ ਲੜਾਂਗੇ ਜੀ। ਹੁਣ ਦਾਨੇਵਾਲੀਆ ਸਾਹਿਬ ਜਿਹੜੀ ਨੌਬਤ ਆਈ ਹੈ, ਇਹ ਨੌਬਤ ਕਿਉਂ ਆਈ? ਇਹ ਨੌਬਤ ਇਸ ਕਰਕੇ ਆਈ ਕਿ ਜਦੋਂ ਕੋਈ ਵੀ ਪਾਰਟੀ, ਕੋਈ ਵੀ ਧਿਰ, ਕੋਈ ਵੀ ਬੰਦਾ ਜੀ ਜੀ ਆਪਦਾ ਸਟੈਂਡ ਛੱਡ ਜੇ, ਜਦੋਂ ਤੁਸੀਂ ਅਪਰਚੂਨਿਜ਼ਮ ਜੀ ਜਿਹਨੂੰ ਮੌਕਾ ਪ੍ਰਸਤੀ ਕਹਿੰਦੇ, ਮੌਕਾ ਪ੍ਰਸਤੀ ਦੀ ਖਾਤਰ ਆਪਣੇ ਸਟੈਂਡ ਤੋਂ ਹਟ ਜਾਓ, ਆਪਣੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਦਿਓ, ਤੇ ਤੁਸੀਂ ਫਿਰ ਬਗਾਨੇ ਕੌਲਿਆਂ ਦੇ ਨਾਲ ਜਾ ਕੇ ਜਦੋਂ ਬੈਠੋਗੇ ਜੀ, ਤੇ ਜਿੱਦੇ ਭਾਈ ਫਿਰ ਅਗਲੇ ਤਾਕਤਵਰ ਹੁੰਦੇ ਆ, ਉਦੋਂ ਫਿਰ ਇਹੀ ਕੁਛ ਕਰਦੇ ਆ। ਹੁਣ ਉਹਨਾਂ ਨੂੰ ਪਤਾ ਹੈ ਕਿ ਸਾਡੇ ਮਗਰ ਲਾ ਕੇ ਇਹਨਾਂ ਨੇ ਕਾਨੂੰਨਾਂ ਦੀ ਹਮਾਇਤ ਕੀਤੀ ਹੈ, ਇਹਨਾਂ ਨੂੰ ਜਿਹੜੀ ਹੈਗੀ ਹੈ ਕਿਸਾਨ ਭਾਈਚਾਰੇ ਚੋਂ ਹਮਾਇਤ ਵੀ ਨਹੀਂ ਮਿਲ ਰਹੀ, ਇਹਨਾਂ ਦਾ ਵਿਰੋਧ ਹੋ ਰਿਹਾ ਹੈ। ਸਿੱਖ ਭਾਈਚਾਰੇ ਦੀ ਹਮਾਇਤ ਪਹਿਲਾਂ ਹੀ ਇਹ ਗਵਾ ਚੁੱਕੇ ਬਿਲਕੁਲ, ਕਿਉਂਕਿ ਉਦੋਂ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਉਸ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਭਾਈਵਾਲ ਸੀ। ਬਿਲਕੁਲ ਬਿਲਕੁਲ। ਭਾਰਤੀ ਜਨਤਾ ਪਾਰਟੀ ਦੇ ਡੇਰਾ ਸੱਚਾ ਸੌਦਾ ਅਕਾਲੀਆਂ ਨਾਲੋਂ ਅੱਜ ਵੀ ਜ਼ਿਆਦਾ ਨੇੜੇ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜੇ ਹੈਗੇ ਜੀ ਗੁਨਾਹਗਾਰ ਇਹ ਹੈ। ਹੁਣ ਸਿੱਖ ਭਾਈਚਾਰੇ ਚੋਂ ਵੀ ਕੱਟਣ ਵਾਲੀ ਗੱਲ ਹੈ, ਕਿਸਾਨ ਭਾਈਚਾਰੇ ਚੋਂ ਵੀ ਕੱਟਣ ਵਾਲੀ ਗੱਲ ਹੈ, ਤੇ ਹੁਣ ਅਗਲੇ ਕਹਿੰਦੇ ਵੀ ਸਾਨੂੰ ਤਾਂ ਹੁਣ ਤੁਹਾਡੀ ਲੋੜ ਨਹੀਂ, ਤੁਹਾਨੂੰ ਸਾਡੀ ਲੋੜ ਹੈਗੀ, ਆ ਜਾਓ। ਕਿਉਂਕਿ ਅਗਲੀ ਗੱਲ ਆਪਾਂ ਨੂੰ ਦਾਨੇਵਾਲੀਆ ਸਾਹਿਬ ਦੇਖਣੀ ਪੈਣੀ ਹੈ। ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਹੁਣ ਵੀ ਕਹਿੰਦਾ ਰਿਹਾ ਕਿ ਜਿਹੜੇ ਜਿਹੜਾ ਸਟੈਂਡ ਵਾਪਸ ਲਿਆ ਹੈ ਭਾਰਤੀ ਜਨਤਾ ਪਾਰਟੀ ਨੇ, 3 ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਹੈ, ਇਹ ਤੋਂ ਬਾਅਦ ਥੋੜਾ ਜਿਹਾ ਮਤਲਬ ਉਹਨਾਂ ਨੂੰ ਪੰਜਾਬ 'ਚ ਨਿਕਲਣ ਦਾ ਮੌਕਾ ਮਿਲੂ, ਵਿਚਰਨ ਦਾ ਮੌਕਾ ਮਿਲੂ। ਪਹਿਲਾਂ ਤਾਂ ਬਾਹਰ ਨਹੀਂ ਨਿਕਲ ਸਕਦੇ ਸੀ। ਅੱਛਾ, ਇਹ ਗੱਲ ਵੀ ਸਾਨੂੰ ਮੰਨਣੀ ਚਾਹੀਦੀ ਹੈ ਜੀ ਕਿ 2019 ਦੀਆਂ ਚੋਣਾਂ ਵੇਲੇ ਅਕਾਲੀ ਦਲ ਨੂੰ ਬਾਕੀ ਸਾਰੇ ਥਾਵਾਂ ਤੇ ਤਾਂ ਮਾਂਜਾ ਫਿਰ ਗਿਆ ਸੀ। ਬਿਲਕੁਲ। 2 ਸੀਟਾਂ ਜਿਹੜੀਆਂ ਜਿੱਤੀਆਂ ਸੀ, ਉਹਨਾਂ ਸੀਟਾਂ ਦੇ ਵਿੱਚ ਜਿੱਤ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸ਼ਹਿਰੀ ਵੋਟ ਬੈਂਕ ਆ ਉਹਦਾ ਹੈ। ਹਾਂਜੀ। ਇਸ ਵਾਸਤੇ ਉਹ ਕਹਿੰਦੇ ਕਿ ਜੇ ਮਿੱਤਰੋ ਤੁਸੀਂ ਦੁਬਾਰਾ ਆਉਣਾ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਛੋਟੇ ਭਰਾ ਵਜੋਂ ਆਉਣਾ ਪਊਗਾ, ਪਤਨੀ ਦੇ ਰੂਪ ਵਜੋਂ ਆਉਣਾ ਪਊਗਾ। ਆਪਾਂ ਨੂੰ ਕਰੇਵਾ ਕਰਨਾ, ਪਹਿਲਾਂ ਵਾਲੀ ਗੱਲ ਨਹੀਂ ਬਣਨੀ, ਕਰੇਵਾ ਕਰਨਾ ਉਹ ਪਹਿਲਾਂ ਵਾਲਾ ਮਾਨ ਸਨਮਾਨ ਨਹੀਂ, ਸਿਰੇ ਬਣ ਕੇ ਆਨੰਦ ਕਾਰਜ ਲੈਣ ਨਹੀਂ ਆਉਣਾ ਪੈਣਾ। ਹੁਣ ਤਾਂ ਪਿੰਡ ਦੀ ਪੰਚਾਇਤ ਦੇ ਵਿੱਚ ਹੀ ਕਰੇਵਾ ਜਾ ਕਰ ਲਿਖਣਾ ਪੈਣਾ ਵੀ ਇੱਥੇ ਆਪਾਂ ਉਹ ਲਿਖ ਲਈਏ ਜੀ। ਚਲੋ ਇਹ ਤਾਂ ਲਿਖਣਗੇ ਜੀ, ਕੀ ਕਰਨਗੇ। ਉਧਰ ਕਿਸਾਨ ਕੀ ਅਗਲੀ ਰਣਨੀਤੀ ਬਣਾ ਰਹੇ ਨੇ ਜੀ 27 ਨੂੰ? ਦੇਖੋ, ਕਿਸਾਨ ਜਿਹੜੇ ਹੈਗੇ ਆ, ਕਿਸਾਨਾਂ ਨੇ ਦਰਜਨ ਦੇ ਕਰੀਬ ਮੀਟਿੰਗਾਂ ਕੀਤੀਆਂ ਕੇਂਦਰ ਸਰਕਾਰ ਨਾਲ, ਔਰ ਹਰ ਮੀਟਿੰਗ ਦੇ ਵਿੱਚ ਪੁਆਇੰਟ ਵਾਈਜ਼ ਪੁਆਇੰਟ ਕਿਸਾਨ ਆਪਣਾ ਏਜੰਡਾ ਰੱਖਦੇ ਰਹੇ ਜੀ, ਆਹ ਗੱਲ ਆਹ ਗੱਲ ਹੈ ਜੀ। ਉਦੋਂ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਨੇ ਉਹਨਾਂ ਦੀ ਗੱਲ ਨਹੀਂ ਪ੍ਰਵਾਨ ਕੀਤੀ। ਕੇਂਦਰ ਸਰਕਾਰ ਆਲੇ ਕੌਡੀ ਤੇ ਛਿੱਕੇ ਕੌਡੀ ਕਰਕੇ ਇਹਨਾਂ ਨੂੰ ਟਾਲ ਦਿੰਦੀ ਸੀ ਜੀ। ਫਿਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਕੁਝ ਅਜਿਹੇ ਹਾਲਾਤ ਪੈਦਾ ਕੀਤੇ ਕਿ ਕਿਸਾਨਾਂ ਨੂੰ ਖਦੇੜ ਦਿਓ ਮੈਦਾਨ 'ਚ। 26 ਜਨਵਰੀ ਉਹਦਾ ਸਿਖਰ ਸੀ ਜੀ। 26 ਜਨਵਰੀ ਨੂੰ ਕਿਹਨੇ ਕੀਤਾ ਕੁਛ ਤੇ ਕਿਹਨੇ ਨਹੀਂ ਕੀਤਾ, ਇਹ ਆਪਾਂ ਪਹਿਲਾਂ ਬੜਾ ਜ਼ਿਕਰ ਕਰ ਚੁੱਕੇ ਹਾਂ, ਤੇ ਦੁਬਾਰਾ ਇਹਨੂੰ ਖੱਟੀ ਖੀਰ ਨੂੰ ਸਲਾਉਣਾ ਦਾ ਕੀ ਲਾਉਣਾ, ਇਹਨੂੰ ਆਪਾਂ ਛੱਡ ਗਏ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੋ ਕੁਛ ਉੱਥੇ ਹੋਇਆ ਉਹਦੇ ਹੋਣ ਦਾ ਇੱਕ ਕਾਰਨ ਇਹ ਸੀ ਕਿ ਏਜੰਸੀਆਂ ਨੇ ਆਪਣੀਆਂ ਖੇਡਾਂ ਖੇਡੀਆਂ ਸੀ ਜੀ, ਪੁਲਿਸ ਨੇ ਆਪਣੀ ਖੇਡ ਖੇਡੀ ਸੀ। ਇਹਦੇ ਬਾਰੇ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੂੰਗਾ ਕਿ ਪੰਜਾਬ ਦੀ ਵਿਧਾਨ ਸਭਾ ਨੇ ਜੀ ਸਾਰੀਆਂ ਪਾਰਟੀਆਂ ਤੇ ਆਧਾਰਿਤ ਇੱਕ ਕਮੇਟੀ ਬਣਾਈ ਸੀ ਜੀ ਕਿ 26 ਜਨਵਰੀ ਨੂੰ ਜੋ ਕੁਛ ਹੋਇਆ ਇਹ ਕਮੇਟੀ ਉਹਦੀ ਪੜਤਾਲ ਕਰੇ। ਉਹਦੇ ਵਿੱਚ ਕਾਂਗਰਸ ਪਾਰਟੀ ਦੇ ਕੁਲਦੀਪ ਬੈਦ ਉਹਦੇ ਮੇਰੇ ਖਿਆਲ ਇੰਚਾਰਜ ਸੀ, ਉਹਦੇ ਵਿੱਚ ਅਕਾਲੀ ਦਲ ਦੇ ਸਰਦਾਰ ਜਿਹੜੇ ਜੂਨੀਅਰ ਚੰਦੂ ਮਾਜਰਾ ਜੀ ਜੀ ਉਹ ਵੀ ਸੀ, ਉਹਦੇ ਵਿੱਚ ਉਹ ਬੀਬੀ ਮਾਣੂਕੇ ਹੈ ਜਿਹੜੀ ਸਰਬਜੀਤ ਕੌਰ ਉਹ ਵੀ ਮੈਂਬਰ ਸੀ, ਹੋਰਾਂ ਪਾਰਟੀਆਂ ਵਾਲੇ ਵੀ ਸਾਰੇ ਸੀਗੇ ਜਿਹੜੇ ਸੀ। ਉਹਨਾਂ ਪੰਜ ਮੈਂਬਰਾਂ ਦੀ ਕਮੇਟੀ ਸੀ, ਤੇ ਉਹ ਕਮੇਟੀ ਨੇ ਘਰ ਘਰ ਜਾ ਕੇ ਲੋਕਾਂ ਨੂੰ ਬੁਲਾ ਕੇ ਪੁੱਛਿਆ ਜਿਹੜੇ ਬੰਦੇ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਪਰਚੇ ਹੋਏ ਸੀ, ਕਿ ਤੁਹਾਡੇ ਨਾਲ ਕੀ ਹੋਇਆ ਵਾਪਰਿਆ। ਫਿਰ ਉਹਨਾਂ ਨੇ ਜਿਹੜੀ ਸਰਬਸੰਮਤੀ ਦੀ ਰਿਪੋਰਟ ਜਿਹੜੀ ਬਣਾ ਕੇ ਦਿੱਤੀ ਹੈ, ਵੈਸੇ ਬੀਬੀ ਸਰਬਜੀਤ ਕੌਰ ਮਾਣੂਕੇ ਕਹਿੰਦੀ ਹੈ ਕਿ ਮੈਨੂੰ ਤਾਂ ਰਿਪੋਰਟ ਦਿਖਾਈ ਨਹੀਂ ਗਈ, ਦੇ ਚਲੋ ਜੋ ਉਹਨਾਂ ਨੇ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਹੈ ਉਹ ਰਿਪੋਰਟ ਪ੍ਰਵਾਨ ਕਰ ਲਈ, ਤੇ ਪੰਜਾਬ ਸਰਕਾਰ ਨੇ 2 ਲੱਖ ਰੁਪਈਆ ਜੀ ਜੀ ਹਰ ਪੀੜਤ ਨੂੰ ਜਿਹੜਾ 26 ਜਨਵਰੀ ਦੇ ਘਟਨਾਕ੍ਰਮ ਚ ਪੀੜਤ ਦੇਣ ਦਾ ਐਲਾਨ ਕਰਤਾ, ਉਹਨੂੰ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਦੇ ਉੱਤੇ ਪਰਚੇ ਵਗੈਰਾ ਹੋਏ, ਕੁੱਟ ਕਟਾਪਾ ਹੋਏ, ਸਾਰਾ ਕੁਝ ਕੀਤਾ ਕਰਾਇਆ। ਮਤਲਬ ਹੈ ਕਿ 26 ਜਨਵਰੀ ਨੂੰ ਜੋ ਕੁਛ ਹੋਇਆ ਸੀ ਉਹ ਐਵੇਂ ਨਹੀਂ ਹੋਇਆ, ਉਹ ਇੱਕ ਗਿਣੀ ਮਿੱਥੀ ਸਾਜ਼ਿਸ਼ ਸੀ। ਚਲੋ ਉਹ ਸਾਜ਼ਿਸ਼ ਵੀ ਇੱਕ ਵਾਰੀ ਤਾਂ ਐਸੀ ਕਿ ਮੋਰਚਾ ਹੱਲ ਗਿਆ ਜੀ, ਗਿਆ ਸਭ ਕੁਛ,
ਲੇਕਿਨ ਜਿਹੜੇ ਮਿਸਟਰ ਰਕੇਸ਼ ਟਕੈਤ ਸੀ, ਰਕੇਸ਼ ਟਕੈਤ ਦੀ ਜਿਹੜੀ ਰੋਡ ਹਾਕੀ ਆਵਾਜ਼ ਸੀ ਤੇ ਇਹ ਕਹਿਣਾ ਕਿ ਮੈਂ ਪਾਣੀ ਵੀ ਨਹੀਂ ਪੀਊਂਗਾ ਦਿੱਲੀ ਦਾ ਜਿੰਨੀ ਦੇਰ ਮੇਰੇ ਪਿੰਡੋਂ ਪਾਣੀ ਨਹੀਂ ਆਉਂਦਾ, ਉਹਦੇ ਨਾਲ ਕੁਝ ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਲੋਕਾਂ ਦੀਆਂ ਬਹੀਰਾਂ ਚੱਲ ਪਈਆਂ। ਉਦੋਂ ਤੁਸੀਂ ਦੇਖੋ ਕਿ ਗਾਜ਼ੀਪੁਰ ਵਾਲੇ ਬਾਰਡਰ ਦੇ ਉੱਤੇ ਪੁਲਿਸ ਵੀ ਵੱਡੀ ਤਾਦਾਦ ਦੇ ਵਿੱਚ ਪਹੁੰਚ ਗਈ ਸੀ ਤੇ ਬੀਜੇਪੀ ਦੇ ਗੁੰਡੇ ਵੀ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਜਾ ਕੇ ਕੁੱਟਮਾਰ ਕਰਨ ਦੀ ਪੂਰੀ ਯੋਜਨਾ ਬਣਾ ਲਈ ਸੀ ਕਿ ਇਹਨਾਂ ਨੂੰ ਕੁੱਟਮਾਰ ਕਰਕੇ ਤੇ ਇਹਨਾਂ ਨੂੰ ਚੱਕ ਕੇ ਲੈ ਜਾਾਂਗੇ। ਲੇਕਿਨ ਜਦੋਂ ਹਰਿਆਣਾ ਤੇ ਯੂਪੀ ਦੇ ਵਿੱਚੋਂ ਕਾਫਲੇ ਤੁਰਨੇ ਸ਼ੁਰੂ ਹੋ ਗਏ, ਰਿਪੋਰਟਾਂ ਮਿਲ ਗਈਆਂ ਜੀ, ਸਰਕਾਰ ਨੂੰ ਆਪਣਾ ਉਹ ਕੰਮ ਛੱਡਣਾ ਪੈ ਗਿਆ ਵਿਚਾਲੇ ਜੀ। ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਵੀ ਇਹ ਇਲਹਾਮ ਕਿਵੇਂ ਹੋ ਗਿਆ ਨਰਿੰਦਰ ਮੋਦੀ ਸਾਹਿਬ ਨੂੰ, ਇਹ ਕਿਵੇਂ ਹੋ ਗਿਆ ਵੀ ਆਪਾਂ ਜੀ ਇਹ ਕਾਲੇ ਕਾਨੂੰਨ ਵਾਪਸ ਲੈ ਲਈਏ ਜੀ। ਪਹਿਲਾਂ ਤਾਂ ਕਹਿੰਦੇ ਸੀ ਜੀ ਕੋਈ ਨੱਕ ਨਮੂਜ ਜਾ ਰੱਖ ਲਓ। ਤੁਹਾਡੀ ਯਾਦ ਹੋਣਾ ਇੱਕ ਵਾਰੀ ਗੱਲ ਅਮਿਤ ਸ਼ਾਹ ਨਾਲ ਵੀ ਹੋਈ ਸੀ, ਉਹਨਾਂ ਨੇ ਕਿਹਾ ਸੀਗਾ ਡੱਬੇ ਦੇ ਵਿੱਚ ਜੋ ਮਰਜ਼ੀ ਹੈ ਸਮਾਨ ਪਾ ਲਓ ਪਰ ਡੱਬਾ ਸਾਡੇ ਕੋਲੇ ਰਹਿਣ ਦਿਓ। ਬਿਲਕੁਲ ਅਫਸਰ ਵੀ ਵਾਰੀ ਗੱਲ ਆ ਕੇ ਇਹ ਕਹਿੰਦੇ ਹੁੰਦੇ ਸੀ ਸ਼੍ਰੀਮਾਨ ਜੀ ਤੁਸੀਂ ਇਹ ਕਿ ਆਪਦੀ ਮਰਜ਼ੀ ਦੀਆਂ ਜਿਹੜੀਆਂ ਮਰਜ਼ੀਆਂ ਅਮੈਂਡਮੈਂਟਸ ਕਰਵਾ ਲਓ ਪਰ ਤੁਸੀਂ ਇਹ ਨਾ ਕਹੋ ਕਿ ਵਾਪਸ ਲੈ ਲਓ, ਕਿਉਂਕਿ ਪ੍ਰਧਾਨ ਮੰਤਰੀ ਦੀ ਪ੍ਰੈਸਟੀਜ ਦਾ ਸਵਾਲ ਹੈ। ਬਿਲਕੁਲ ਇਹ ਕਹਿੰਦੇ ਜੀ ਮੋਦੀ ਸਾਹਿਬ ਬਾਰੇ ਵੀ ਕਿ ਮੋਦੀ ਹੈ ਤਾਂ ਮੁਮਕਿਨ ਹੈ ਕਿ ਇਹ ਮੋਦੀ ਕਰ ਸਕਦਾ, ਹੋਰ ਕੋਈ ਕਰ ਨਹੀਂ ਸਕਦਾ। ਤੇ ਇਹ ਵੀ ਕਹੀ ਹੈ ਕਿ ਮੋਦੀ ਸਾਹਿਬ ਨੇ ਜਿੰਨੇ ਵੀ ਫੈਸਲੇ ਲਏ ਆ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਹੋਣ ਵੇਲੇ ਤੱਕ ਕਿਸੇ ਫੈਸਲੇ ਤੋਂ ਕਦੇ ਪਿਛਾਂਹ ਨਹੀਂ ਹਟਿਆ ਸੀ। ਤੇ ਪਹਿਲੀ ਵਾਰੀ ਇਹ ਪਿਛਾਂਹ ਨੂੰ ਕਿਉਂ ਹਟਣਾ ਪਿਆ? ਇਹਦੇ ਦਾਨੇ ਵਾਲੀਆਂ ਸਭ ਕਈ ਕਾਰਨ ਨੇ ਜੀ। ਯੂਪੀ ਤੇ ਉੱਤਰਾਖੰਡ ਦੀਆਂ ਜੇ ਸੀਟਾਂ ਮਿਲਾ ਲਈਏ ਤਾਂ ਮੇਰੇ ਖਿਆਲ ਮੁਤਾਬਕ 85 ਬਣਦੀਆਂ ਲੋਕ ਸਭਾ ਦੀਆਂ। 403 ਸੀਟਾਂ ਜਿਹੜੀਆਂ ਹੈਗੀਆਂ ਯੂਪੀ ਦੀਆਂ ਵਿਧਾਨ ਸਭਾ ਦੀਆਂ ਜੀ। 403 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਪਹਿਲਾਂ ਤਾਂ ਕਹਿੰਦੇ ਸੀ ਜੀ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਫਿਰ ਕਹਿੰਦਾ ਜੀ ਇਹ ਮਾਓਵਾਦੀਆਂ ਦਾ ਅੰਦੋਲਨ ਹੈ, ਫਿਰ ਕਹਿੰਦਾ ਜੀ ਗੈਰ ਸਮਾਜੀ ਲੋਕਾਂ ਦਾ ਅੰਦੋਲਨ ਹੈ ਜੀ। ਫਿਰ ਜਿਹੜੀ ਹੈਗੀ ਹੈ ਅੰਦੋਲਨ ਦੇ ਉੱਤੇ ਹਮਲੇ ਹੋਣ ਲੱਗੇ, ਅੰਦੋਲਨ ਦੇ ਬੰਦਿਆਂ ਨੂੰ ਪ੍ਰਵੋਕ ਕਰਨ ਲੱਗ ਗਿਆ, ਫਿਰ ਕਹਿੰਦੇ ਜੀ ਇਹ ਗੁੰਡਾਗਰਦੀ ਕਰਦੇ ਆ। ਇੱਥੋਂ ਤੱਕ ਵੀ ਇਲਜ਼ਾਮ ਲਾਏ ਗਏ ਜੀ ਇੱਥੇ ਤਾਂ ਰੇਪ ਹੁੰਦੇ ਆ, ਇੱਥੇ ਕਤਲ ਹੁੰਦੇ ਆ, ਬੜਾ ਕੁਛ ਹੋਇਆ। ਇਹਦੇ ਬਾਵਜੂਦ ਅੰਦੋਲਨ ਡਾਮਾਡੋਲ ਨਹੀਂ ਹੋਇਆ, ਡੋਲਿਆ ਨਹੀਂ। ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਮੈਂ ਕਹਿੰਦਾ ਕਿ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਇਹਦਾ ਜ਼ਿਕਰ ਆਊਗਾ ਤੇ ਕਿਸੇ ਜ਼ਮਾਨੇ 'ਚ ਦਾਨੇਵਾਲੀਆ ਸਾਹਿਬ ਤੇ ਰਿਸਰਚ ਹੋਊਗੀ ਜੀ। ਵਿਦੇਸ਼ੀ ਯੂਨੀਵਰਸਿਟੀਆਂ ਤਾਂ ਬਣਨ ਲੱਗ ਪਈਆਂ ਜੀ, ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਹੋਇਆ ਕਰੂਗੀ ਕਿ ਕਿਸ ਕਿਸਮ ਦਾ ਅੰਦੋਲਨ ਸੀ। ਮਹਾਤਮਾ ਗਾਂਧੀ ਦਾ ਨਾਂ ਅੱਜ ਦੁਨੀਆ 'ਚ ਮਸ਼ਹੂਰ ਕਿਉਂ ਹੈ ਜੀ? ਬੰਦਾ ਤਾਂ ਦੱਖਣੀ ਅਫਰੀਕਾ ਦੇ ਵਿੱਚ ਸੀ। ਦੱਖਣੀ ਅਫਰੀਕਾ ਦੇ ਵਿੱਚ ਉਹ ਫਸਟ ਕਲਾਸ ਦੇ ਡੱਬੇ ਚੜ ਗਿਆ ਟ੍ਰੇਨ 'ਚ, ਅਮੀਰ ਬੰਦਾ ਸੀ, ਉਹਨੂੰ ਲਾਤਾ। ਹਾਂ ਅਮੀਰ ਘਰਾਣੇ ਦਾ ਸੀ, ਵਕੀਲ ਸੀ, ਉਹਨੂੰ ਲਾਤਾ ਵੀ ਚੱਲ ਪਾਸੇ, ਤੂੰ ਤਾਂ ਭਾਈ ਤੇਰਾ ਰੰਗ ਜਿਹੜਾ ਹੈਗਾ ਦੂਜਾ ਹੈ। ਗੋਰਿਆਂ ਵਾਸਤੇ ਫਸਟ ਕਲਾਸ ਤੂੰ ਬੈਠਦੇ ਹੋ, ਕਹਿੰਦਾ ਮੈਂ ਤਾਂ ਧਰਨੇ ਤੇ ਬਹਿ ਗਿਆ ਜੀ। ਬੰਦਾ ਧਰਨੇ ਤੇ ਬਹਿੰਦਾ, ਉੱਥੇ ਦੀ ਲੜਾਈ ਲੜਦਾ ਤੇ ਆ ਗਿਆ ਤੇ ਇੱਥੇ ਤਾਂ ਨਹੀਂ ਸੀ। ਮਹਾਤਮਾ ਗਾਂਧੀ ਕੋਲੇ ਕੱਪੜੇ ਹੈ ਨਹੀਂ ਸੀ, ਉਹਨੇ ਲੰਗੋਟੀ ਤੇ ਆਪਣੇ ਸਿਰ ਦੇ ਤਨ ਤੇ ਉੱਤੇ ਕੱਪੜੇ ਕਿਉਂ ਨਹੀਂ ਪਹਿਨੇ? ਵੀ ਭਾਰਤ ਦੇ ਹਰ ਬੰਦੇ ਨੂੰ ਜਿੰਨੀ ਦੇਰ ਕੱਪੜੇ ਨਹੀਂ ਮਿਲਦੇ ਜੀ ਮੈਂ ਕੱਪੜੇ ਕਿਉਂ ਪਹਿਨੂਗਾ? ਹਾਲਾਂਕਿ ਰਹਿੰਦਾ ਅਮੀਰ ਘਰਾਂ ਦੇ ਲੋਕਾਂ 'ਚ ਸੀ, ਅਮੀਰ ਲੋਕਾਂ ਦੇ ਘਰਾਂ 'ਚ ਰਹਿੰਦਾ ਸੀ, ਬਿਰਲਾ ਮੰਦਿਰ 'ਚ ਰਹਿੰਦਾ ਸੀ, ਕੋਈ ਮਾੜੀ ਮੋਟੀ ਗੱਲ ਹੈ? ਬਿਲਕੁਲ ਬਹੁਤ ਵੱਡੀ ਗੱਲ ਸੀ, ਸਾਰਾ ਕੁਝ ਸੀ। ਉਹ ਇੱਕ ਸਿੰਬਲ ਬਣ ਕੇ ਉੱਤੇ ਸਿੰਬੋਲਿਕ ਤੌਰ ਦੇ ਉੱਤੇ ਉਹਨੇ ਅੰਦੋਲਨ ਸ਼ੁਰੂ ਕੀਤਾ ਤੇ ਉਸ ਅੰਦੋਲਨ ਦੇ ਚੱਲਦੇ ਅੱਜ ਵੀ ਮਹਾਤਮਾ ਗਾਂਧੀ ਦਾ ਨਾਂ ਆਉਂਦਾ ਤੇ ਭਵਿੱਖ ਦੇ ਵਿੱਚ ਆਇਆ ਕਰੂ ਕਿ ਭਾਰਤ ਦੇ ਵਿੱਚ ਇੱਕ ਅੰਦੋਲਨ ਚੱਲਿਆ ਸੀ। ਔਰ ਦਾਨੇਵਾਲੀਆ ਸਾਹਿਬ ਜਦੋਂ ਮੈਂ ਅੰਦੋਲਨ ਦੀ ਗੱਲ ਕਰਦਾ ਨਾ, ਇਹ ਪਹਿਲਾ ਮੌਕਾ ਨਹੀਂ। ਕਿਸਾਨ ਮੂਵਮੈਂਟ ਦੇ ਨਾਲ, ਕਿਸਾਨ ਲਹਿਰ ਦੇ ਨਾਲ ਕਿਹਨਾਂ ਨੇ ਕਿਸਾਨਾਂ ਨਾਲ ਪੰਗਾ ਲਿਆ ਨਾ, ਹਰ ਇੱਕ ਨੂੰ ਝੁਕਣਾ ਪਿਆ। 1907 ਦੇ ਵਿੱਚ ਅੰਗਰੇਜ਼ਾਂ ਨੇ ਵੀ ਇਹ ਜੇ 3 ਕਾਨੂੰਨ ਲਿਆਂਦੇ, 9 ਮਹੀਨੇ ਚੱਲਿਆ ਸੀ ਤੇ 11 ਚੱਲ ਗਿਆ। ਉਹਨੇ ਜਿਹੜਾ ਚਲਾ ਕੇ ਉਹਦੇ ਵਿੱਚ ਮਤਲਬ ਤੁਸੀਂ ਦੇਖੋ ਕਿ ਚਾਚਾ ਅਜੀਤ ਸਿੰਘ ਜਿਹੜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਤੇ ਲਾਲਾ ਲਾਜਪਤ ਰਾਏ ਦੋਨਾਂ ਨੂੰ ਗ੍ਰਿਫਤਾਰ ਕਰਕੇ ਮਾਂਡਲੇ ਦੀ ਜੇਲ੍ਹ 'ਚ ਭੇਜਿਆ ਸੀ। ਪਰ ਬਾਅਦ ਦੇ ਵਿੱਚ ਇਹ ਰਿਪੋਰਟਾਂ ਮਿਲਦੇ ਉੱਤੇ ਕਿ ਫੌਜ ਦੇ ਵਿੱਚ ਸਿੱਖ ਕਿਸਾਨੀ ਦੇ ਬੱਚੇ ਹੈ, ਜੇ ਇਹਨਾਂ ਨੇ ਰਿਵੋਲਟ ਕਰਤਾ ਕੀ ਬਣਨਾ? ਤੇ ਅੰਗਰੇਜ਼ਾਂ ਨੂੰ ਥੁੱਕ ਕੇ ਚੱਟਣਾ ਪਿਆ ਸੀ। ਉਹਨਾਂ ਨੂੰ ਵਾਪਸ 9 ਮਹੀਨਿਆਂ ਬਾਅਦ ਉਹ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀ। ਉਹ ਤੋਂ ਬਾਅਦ ਫਿਰ ਜੇ ਆਪਾਂ ਦੂਜਾ ਦੇਖੀਏ ਤਾਂ ਫਿਰ 1935-36 ਦਾ ਦੌਰ ਦੇਖੋ, 38 ਚੱਕ 39 ਤੱਕ, ਜਦੋਂ ਯੂਨੀਅਨਿਸਟ ਪਾਰਟੀ ਦੀ ਸਰਕਾਰ ਹੁੰਦੀ ਸੀ ਆਜ਼ਾਦੀ ਤੋਂ ਪਹਿਲਾਂ, ਉਦੋਂ ਵੀ ਕਿਸਾਨੀ ਦੀ ਹਾਲਤ ਬਹੁਤ ਮਾੜੀ ਸੀ। ਜ਼ਮੀਨਾਂ ਜਾਇਦਾਦਾਂ ਕੁਰਕ ਹੁੰਦੀਆਂ ਸੀ, ਸ਼ਾਹੂਕਾਰਾ ਕਰਜ਼ਾ ਸੀ। ਔਰ ਸਰ ਛੋਟੂ ਰਾਮ ਹੋਰਾਂ ਨੇ ਉਦੋਂ ਸ਼ਾਹੂਕਾਰੇ ਕਰਜ਼ੇ ਦੇ ਉੱਤੇ ਲਕੀਰਾਂ ਫੇਰੀਆਂ ਸੀ ਕਿ ਜੇ ਦੁੱਗਣਾ ਕਰਜ਼ਾ ਮੋੜਤਾ ਤਾਂ ਉਹ ਕਰਜ਼ੇ ਦੇ ਰਵਾਦਾਰ ਨਹੀਂ ਰਹਿਣਗੇ, ਉਹਨਾਂ ਨੂੰ ਕਰਜ਼ਾ ਦੇਣਾ ਨਹੀਂ ਪੈਣਾ, ਹੋਰ ਖਤਮ ਹੋ ਜਾਊਗਾ। ਔਰ ਉਹਨਾਂ ਨੇ ਹਲ ਪਜਾਲੀਆਂ ਤੋਂ ਲੈ ਕੇ ਘਰ ਤੱਕ ਤੇ ਜ਼ਮੀਨਾਂ ਜਾਇਦਾਦਾਂ ਦੀਆਂ ਕੁਰਕੀਆਂ ਦੇ ਉੱਤੇ ਵੀ ਪਾਬੰਦੀ ਲਾਤੀ ਸੀ। ਦੂਜੀ ਜਿੱਤ ਉਹਨਾਂ ਦੀ ਉਹ ਹੁੰਦੀ ਹੈ। ਤੀਜੀ ਜਿੱਤ ਜੇ ਦਾਨੇਵਾਲੀਆ ਸਾਹਿਬ ਆਪਾਂ ਦੇਖੀਏ ਤਾਂ ਫਿਰ ਤੁਸੀਂ ਉਹ ਟਾਈਮ ਦੇਖੋ ਜੀ ਜਦੋਂ 1947 ਦੇ ਵਿੱਚ ਉਹ ਮੂਵਮੈਂਟ ਨੂੰ ਬਹੁਤ ਛੋਟੀ ਕਰਕੇ ਦੇਖਿਆ ਜਾਂਦਾ, ਲੇਕਿਨ ਮੈਂ ਸਮਝਦਾ ਉਹ ਮੂਵਮੈਂਟ ਬਹੁਤ ਵੱਡੀ ਸੀ। ਉਹ ਜਿਹੜੀ 47 ਤੋਂ ਲੈ ਕੇ 52-53 ਤੱਕ ਮੂਵਮੈਂਟ ਚੱਲਦੀ ਰਹੀ ਹੈ, ਪੈਪਸੂ ਦੀ ਮੁਜ਼ਾਹਰਾ ਲਹਿਰ। 8 ਰਿਆਸਤਾਂ ਦੇ 784 ਪਿੰਡਾਂ ਦੇ ਵਿੱਚ ਜ਼ਗੀਰਦਾਰੀ ਸਿਸਟਮ ਸੀ ਜੀ। ਉਦੋਂ ਪਿੰਡਾਂ ਦੇ ਆਲੇ ਦੁਆਲੇ ਨਾ ਕੰਧਾਂ ਕੀਤੀਆਂ ਹੁੰਦੀਆਂ ਸੀ ਤੇ 2 ਦਰਵਾਜ਼ੇ ਹੁੰਦੇ ਸੀ ਜੀ। ਤੇ ਜਦੋਂ ਕਿਸਾਨ ਖੇਤਾਂ 'ਚੋਂ ਆਪਦੇ ਘਰ ਨੂੰ ਆਉਂਦੇ ਸੀ ਜੀ, ਉਹਨਾਂ ਦੇ ਹੱਥ ਦੇ ਵਿੱਚ ਟਿੰਡੀਆਂ ਹੁੰਦੀਆਂ, ਕੱਦੂ ਹੁੰਦੇ, ਤੇ ਜਿਹੜੇ
ਜ਼ਗੀਰਦਾਰਾਂ ਦੇ ਨੁਮਾਇੰਦੇ ਉਹਨਾਂ ਦੇ ਦਰਵਾਜ਼ਿਆਂ ਤੇ ਮਖਿਆਲ ਖੜੇ ਬੈਠੇ ਸੀ। ਖੜੇ ਹੁੰਦੇ ਸੀ ਤੇ ਉਹ ਕਹਿੰਦੇ ਸੀ ਲਿਆਓ ਫੜਾਓ ਇਹ ਸਾਡਾ ਹਿੱਸਾ ਇਹਦੇ 'ਚ, ਉਹ ਲੈਂਦੇ ਹੁੰਦੇ ਸੀ। ਦਾਣਿਆਂ 'ਚ ਵੀ ਇਹੀ ਗੱਲ ਹੁੰਦੀ ਸੀ। ਉਹਨਾਂ ਦੀਆਂ ਧੀਆਂ ਭੈਣਾਂ ਨਾਲ ਬਦਫੈਲੀ ਹੁੰਦੀ ਸੀ, ਕੁੱਟਮਾਰ ਹੁੰਦੀ ਸੀ। ਤੇ ਉਦੋਂ ਫਿਰ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਦੇ ਹੇਠ ਗੁਰੀਲਾ ਮੂਵਮੈਂਟ ਚੱਲੀ ਸੀ। ਅੱਛਾ ਜੀ। ਉਸ ਗੁਰੀਲਾ ਮੂਵਮੈਂਟ ਦੀ ਹਾਲਤ ਇਹ ਬਣ ਗਈ ਸੀ, ਕਿਸ਼ਨਗੜ੍ਹ ਪਿੰਡ ਹੈ ਮਾਨਸਾ ਕੋਲੇ। ਅੱਛਾ ਜੀ। ਉਸ ਕਿਸ਼ਨਗੜ੍ਹ ਪਿੰਡ ਦੇ ਉੱਤੇ ਜਦੋਂ ਟੱਕਰ ਹੋਈ ਮੁਜ਼ਾਹਰਿਆਂ ਦੀ ਤੇ ਆਪਣੇ ਜਗੀਰਦਾਰਾਂ ਜਗੀਰਦਾਰਾਂ ਦੀ। ਦੇ ਚਮਚਿਆਂ ਦੀ, ਉਸ ਵੇਲੇ ਪੁਲਿਸ ਗਈ। ਪੁਲਿਸ ਜਿਹੜੀ ਹੈਗੀ ਹੈ ਭੱਜਣ ਵਾਸਤੇ ਮਜਬੂਰ ਹੋ ਗਈ। ਥਾਣੇਦਾਰ ਮੌਕੇ ਤੇ ਮਾਰਿਆ ਗਿਆ ਸੀ। ਔਰ ਭਾਰਤ ਦਾ ਇਤਿਹਾਸ ਵਿੱਚ ਉਹ ਪਹਿਲਾ ਮੌਕਾ ਸੀ ਜਦੋਂ ਫੌਜ ਚੜ ਕੇ ਆਈ ਸੀ ਮੁਜ਼ਾਹਰਿਆਂ ਦੇ ਖਿਲਾਫ। ਅੱਛਾ ਜੀ। ਹਾਂ, ਫੌਜ ਕਿਸ਼ਨਗੜ੍ਹ ਦੇ ਵਿੱਚ ਫੌਜ ਨੇ ਆ ਕੇ ਕੀਤਾ ਸੀ। ਵੀ ਆ ਦੂਜਿਆਂ ਤੋਂ ਨਹੀਂ ਕਾਬੂ ਹੋਇਆ ਕੰਮ। ਨਹੀਂ, ਫੌਜ ਨੇ ਕੀਤਾ ਸੀ। ਆ ਕੇ ਫੌਜ ਨੇ ਆ ਕੇ ਅਰੈਸਟ ਕੀਤੇ ਸੀਗੇ ਮੁਜ਼ਾਹਰੇ। ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਦਿੱਤਾ। ਕੁਝ ਮੁਜ਼ਾਹਰੇ ਸ਼ਹੀਦ ਵੀ ਹੋ ਗਏ ਸੀ ਜੀ। ਤੇ ਫਿਰ ਚੋਣਾਂ ਹੁੰਦੀਆਂ ਤੇ ਚੋਣਾਂ ਦੇ ਵਿੱਚ ਕੁਝ ਬੰਦੇ ਮੁਜ਼ਾਹਰਿਆਂ ਦੇ ਜਿੱਤ ਗਏ, ਜਿਨ੍ਹਾਂ ਦੇ ਨਾਂ ਹੈਗੇ ਯਾਰ ਜਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਵਰਗੇ ਲੋਕ। ਜਦੋਂ ਉਹ ਜਿੱਤ ਗਏ ਤੇ ਤਨਾਸਬ ਉਹਨਾਂ ਕੋਲੇ ਆ ਗਿਆ ਕਿ ਸਰਕਾਰ ਕਿਹਦੀ ਬਣਦੀ ਹੈ। ਔਰ ਮਾਨਸਾ ਫਿਰ ਇੱਕ ਬਹੁਤ ਵੱਡੀ ਮੁਜ਼ਾਹਰਾ ਕਾਨਫਰੰਸ ਹੋਈ ਸੀ ਜੀ। ਤਲਵੰਡੀ ਸਾਬੋ ਤੋਂ ਲੈ ਕੇ ਸਾਰੀਆਂ 8 ਰਿਆਸਤਾਂ ਦੇ ਜਗੀਰਦਾਰ ਜਿਹੜੇ ਹੈਗੇ ਆਪਣੀਆਂ ਜਮਾਬੰਦੀਆਂ ਲੈ ਕੇ ਆ ਗਏ ਸੀ। ਅਸੀਂ ਜ਼ਮੀਨਾਂ ਛੱਡੀਆਂ ਜੀ, ਮਲਕੀਅਤ ਛੱਡੀ ਆ, ਚੱਕੋ ਸਾਂਭੋ। ਤੇ ਮੁਜ਼ਾਹਰਿਆਂ ਨੇ ਫਿਰ ਉਸ ਵੇਲੇ ਮੁਜ਼ਾਹਰਿਆਂ ਨੂੰ ਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਸੀ ਤੇ ਬਾਅਦ 'ਚ ਸਰਕਾਰ ਨੇ ਕਾਨੂੰਨ ਬਣਾਤਾ ਸੀ ਜੀ ਕਿ ਮੁਜ਼ਾਹਰੇ ਦੀ ਗਰਦੌਰੀ ਨਹੀਂ। ਮਾਮੂਲੀ ਜੇ ਉਹਨਾਂ ਤੋਂ ਮੁਆਵਜ਼ਾ ਲੈ ਕੇ ਕਿਹਾ ਮੁਆਵਜ਼ਾ ਲੈ ਲਓ, ਇਹਨਾਂ ਤੋਂ 1 ਰੁਪਏ ਦੇ ਹਿਸਾਬ ਨਾਲ ਹੀ ਲੈ ਲਓ, ਭਾਵੇਂ ਜੋ ਮਰਜ਼ੀ ਆ ਕਰੋ, ਤੇ ਇਹਨਾਂ ਨੂੰ ਮਾਲਕੀ ਦਾ ਹੱਕ ਦੇ ਦਿਓ। ਤੇ ਮਾਲਕੀ ਦੇ ਹੱਕ ਮਿਲੇ ਸੀ। ਹੁਣ ਜ਼ਮੀਨਾਂ ਲੋਕਾਂ ਤੋਂ ਖੋਹੀਆਂ ਜਾ ਰਹੀਆਂ ਸੀ, ਉਦੋਂ ਜ਼ਮੀਨਾਂ ਦਵਾਈਆਂ ਜਾ ਰਹੀਆਂ ਸੀ। ਉਹ ਤੋਂ ਬਾਅਦ ਫਿਰ ਅਗਲਾ ਅੰਦੋਲਨ ਆਉਂਦਾ ਜੀ। ਫਿਰ ਆਹ ਅੰਦੋਲਨ ਆ ਗਿਆ ਤੇ ਇਸ ਅੰਦੋਲਨ ਨੇ ਸਰਕਾਰ ਨੂੰ ਪੜ੍ਹਨੇ ਪਾਤਾ ਜੀ। ਹੁਣ ਸਰਕਾਰ ਨੇ ਕਹਿਤਾ ਜੀ ਲਓ ਠੀਕ ਹੈ ਜੀ ਅਸੀਂ ਕਰ ਲੈਨੇ। ਹੁਣ ਜਿਹੜੀ ਮੈਂ ਗੱਲ ਕਰਦਾ ਸੀ ਕਿ ਯੂਪੀ 'ਚ ਚੋਣਾਂ ਆ ਗਈਆਂ, ਇਹ ਇਹਨਾਂ ਨੂੰ ਪਛਾਣ ਕੇ ਮੁੜਨਾ ਪਿਆ। ਆ ਪਿੱਛੇ ਜਿਮਨੀ ਚੋਣਾਂ ਹੋਈਆਂ ਜੀ। ਜਿਮਨੀ ਚੋਣਾਂ ਦੇ ਵਿੱਚ ਆਪਾਂ ਬਾਹਲੇ ਛੱਡ ਦਿਓ ਉੱਤਰੀ ਭਾਰਤ ਦੇ ਮੈਂ 2 ਰਾਜਾਂ ਦੀ ਮਿਸਾਲ ਦਿਉ ਜੀ। ਰਾਜਸਥਾਨ ਦੇ ਵਿੱਚ ਬੀਜੇਪੀ ਕਾਫੀ ਮਜ਼ਬੂਤ ਹੁੰਦੀ ਸੀ। ਪਾਰਲੀਮੈਂਟ ਦੀਆਂ ਵਧੀਆ ਸੀਟਾਂ ਜਿੱਤੀਆਂ ਸੀ ਇਹਨਾਂ ਨੇ 2019 ਚ। ਤੇ ਹੁਣ ਜਿਹੜੀਆਂ ਉੱਥੇ ਸੀਟਾਂ ਹੋਈਆਂ, ਇੱਕ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੀਜੇ ਥਾਂ ਤੇ ਆਈ ਹੈ, ਇੱਕ ਥਾਂ ਤੇ ਚੌਥੇ ਥਾਂ ਤੇ ਆਈ ਹੈ। ਅੱਛਾ, ਪਤਾ ਲੱਗ ਗਿਆ ਹੁਣ। ਹਾਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਹੋਈਆਂ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤਿਆ ਸੀ ਮੰਡੀ ਲੋਕ ਸਭਾ ਹਲਕੇ ਤੋਂ। ਅੱਛਾ ਜੀ। ਤੇ ਹਾਰਿਆ ਕੌਣ ਸੀ? ਪਰਤਵਾਸ ਸਿੰਘ। ਕਿੰਨੀਆਂ ਵੋਟਾਂ ਦਾ ਫਰਕ ਸੀ? 4 ਲੱਖ ਦਾ। 4 ਲੱਖ ਦਾ। ਤੇ ਹੁਣ ਉਹੀ 2 ਸਾਲਾਂ ਬਾਅਦ ਚੋਣਾਂ ਹੁੰਦੀਆਂ, ਉਹੀ ਪਰਤਵਾਸ ਸਿੰਘ ਜਿਮਨੀ ਚੋਣ ਦੇ ਵਿੱਚ ਕਿੰਨੀਆਂ ਵੋਟਾਂ ਨਾਲ ਜਿੱਤਦੀ ਹੈ? 70,000 ਨਾਲ। 4 ਲੱਖ ਤੇ 70,000 ਦਾ ਫਰਕ। ਕਿੰਨਾ ਫਰਕ? 4 ਲੱਖ 70,000 ਇਧਰੋਂ ਉਧਰ ਹੋ ਗਿਆ। 4 ਲੱਖ ਉਧਰੋਂ ਟੁੱਟ ਕੇ 70 ਹੋ ਗਿਆ। ਹੁਣ ਇਹ ਕਿਉਂ ਹੋਇਆ? ਇਹ ਇਸ ਕਰਕੇ ਹੋਇਆ ਕਿ ਜਿਹੜਾ ਹਿਮਾਚਲ ਦਾ ਸੇਬ ਹੈ ਉਹ ਕਿਹਦੇ ਕੰਟਰੋਲ 'ਚ ਹੈ? ਸੇਬ ਨੇ ਲਾਲ ਕੀਤੇ ਇਹ। ਉਹ ਸੇਬ ਜਿਹੜਾ ਹੈਗਾ ਕੌਡੀਆਂ ਦੇ ਭਾਅ ਲਿਆ ਉੱਥੋਂ ਉਹਨਾਂ ਨੇ। ਕਿਉਂਕਿ ਜਿਵੇਂ ਆਪਣੇ ਕਹਿੰਦੇ ਨੇ ਜੀ ਕੰਟਰੈਕਟ ਫਾਰਮਿੰਗ ਕਰੋ ਤੇ ਤੁਸੀਂ ਰੇਟ ਤੁਹਾਨੂੰ ਵਧੀਆ ਮਿਲਣਗੇ। ਜੀ। ਉਹਨਾਂ ਨੂੰ ਵੀ ਕਹਿੰਦੇ ਤੁਹਾਨੂੰ ਵਧੀਆ ਮਿਲਣਗੇ ਰੇਟ। ਜਿਹੜਾ 150 ਰੁਪਏ ਨੂੰ ਸੇਬ ਇੱਥੇ ਵਿਕਦਾ ਹੈ, ਉਹ ਸੇਬ 15 ਰੁਪਏ ਨੂੰ ਖਰੀਦਿਆ ਤੇ 150 ਨੂੰ 10 ਗੁਣਾ ਜ਼ਿਆਦਾ ਕੀਮਤ ਤੇ ਖਰੀਦਿਆ ਜਾ ਰਿਹਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਕਿਸਾਨ ਅੰਦੋਲਨ ਬਹੁਤਾ ਮਜ਼ਬੂਤ ਨਹੀਂ ਸੀ। ਨਾਲ ਸਕੈਟਰਡ ਆ ਵਿਚਾਰੇ, ਛੋਟੇ ਆ, ਬਹੁਤ ਛੋਟੇ। ਪਰ ਉਹਨਾਂ ਨੇ ਫਿਰ ਮੋਹਰ ਲਾਲ ਕਰਤਾ। ਉਹਨਾਂ ਨੇ ਮੋਹਰ ਲਾਤੇ ਤੇ ਉਹਨੇ ਮੋਹਰ ਨਾਲ ਲਾਲ ਕਰਤੇ ਫਿਰ। ਤੇ ਨਰਿੰਦਰ ਮੋਦੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਆਹ ਜਿਹੜੇ ਬੈਠੇ ਆ ਨਾ, ਇਹ ਨਹੀਂ ਤੇ ਗਾਂ ਜਿਹੜੀ ਆਪਣਾ ਲਖੀਮਪੁਰ ਖੀੜੀ ਦਾ ਘਟਨਾਕ੍ਰਮ ਹੈ, ਜਿਹੜਾ ਉੱਥੇ 4 ਕਿਸਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਜੀ। ਉਹਨੇ ਜਿਹੜੀ ਹੈਗੀ ਹੈ, ਕਹਿੰਦੇ ਨੇ ਵੈਸਟਰਨ ਯੂਪੀ ਦਾ ਹੈਗਾ ਜੀ ਇਹ ਅੰਦੋਲਨ। ਤੇ ਉਹ ਤਾਂ ਜੀ ਜਿਹੜੀ ਹੈਗੀ ਈਸਟਰਨ ਯੂਪੀ ਤੱਕ ਵੀ ਪਹੁੰਚ ਗਿਆ, ਪੂਰਬੀ ਯੂਪੀ। ਉਹ ਪਤਾ ਲੱਗ ਗਿਆ ਵੀ ਗਿਆ ਸਾਰਾ ਕੁਝ, ਕੰਮ ਪੈ ਗਿਆ ਹੁਣ। ਤੇ ਉਹ ਕਹਿੰਦੇ ਆ ਲਓ ਜੀ ਅਸੀਂ ਸਾਰਾ ਕੁਝ ਛੱਡਤਾ। ਤੇ ਹੁਣ ਦਾਨੇ ਵਾਲੀਆ ਸਾਹਿਬ ਹੁਣ ਕਹਿੰਦੇ ਕਿਸਾਨ ਕੀ ਕਰਨਗੇ? ਉਹ ਤੇ ਮਿੱਤਰੋ ਐ ਨਹੀਂ ਅਸੀਂ ਤੁਹਾਨੂੰ ਜਾਣ ਦਿੰਦੇ। ਅੱਛਾ ਜੀ। ਹੁਣ ਸਾਡੇ ਨਾਲ ਗੱਲ ਕਰੋ ਕੱਲੀ। ਕਹਿੰਦੇ ਜੀ MSP ਦਾ ਕਾਨੂੰਨੀ ਹੱਕ ਦਿਓ। ਬਿਲਕੁਲ ਸਹੀ ਗੱਲ ਹੈ। ਕਾਨੂੰਨੀ ਹੱਕ ਦਿਓ। ਪ੍ਰਧਾਨ ਮੰਤਰੀ ਨੇ ਭਾਸ਼ਣ ਕਰਤਾ, ਪ੍ਰਧਾਨ ਮੰਤਰੀ ਨੇ ਨੇਸ਼ਨ ਨੂੰ ਸੰਬੋਧਨ ਕੀਤਾ, ਤੁਸੀਂ ਉੱਥੇ ਬੇਤਵਾਰੀ ਨਹੀਂ ਜ਼ਾਹਰ ਕਰ ਸਕਦੇ। ਕਾਨੂੰਨ ਇਹ ਹੁਣ ਰੱਦ ਹੋਣਗੇ। ਅਗਲੇ ਦਿਨਾਂ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਣੀ ਹੈ, ਕੈਬਨਿਟ ਤੇ ਫੇਰ ਆ ਜਾਊਗੀ 29 ਤਾਰੀਖ ਨੂੰ ਹੋਣਾ। ਉਹਦੇ ਵਿੱਚ ਇਹ ਕਾਨੂੰਨ ਰੱਦ ਹੋਣਗੇ। ਲੇਕਿਨ ਭਰੋਸਾ ਇਹਨਾਂ ਟੁੱਟ ਗਿਆ। ਉਹ ਕਹਿੰਦੇ ਇਹਨਾਂ ਦਾ ਕੀ ਪਤਾ ਹੈ ਜੀ, ਇਹ ਤਾਂ ਗੱਲ ਕਰਕੇ ਮੁੱਕਰ ਜਾਂਦੇ। ਬਿਲਕੁਲ। ਇਸ ਕਰਕੇ ਅਸੀਂ ਉਨੀ ਦੇਰ ਵਾਪਸ ਨਹੀਂ ਜਾਂਦੇ ਜਿੰਨੀ ਦੇਰ ਤੱਕ ਇਹ ਪੂਰੀ ਤਰ੍ਹਾਂ ਵਾਪਸ ਨਹੀਂ ਹੁੰਦਾ। ਅਗਲੀ ਗੱਲ ਜੀ 2020-21 ਵਾਲਾ ਇੱਕ ਬਿਜਲੀ ਬਿੱਲ ਹੈ। ਅੱਛਾ। ਕਹਿੰਦੇ ਇਹ ਵੀ ਵਾਪਸ ਲਓ ਬਈ, ਇਹ ਵੀ ਲਓ। ਇਹ ਤੋਂ ਬਾਅਦ ਇੱਕ ਹੋਰ ਇਹਨਾਂ ਨੇ ਕਾਨੂੰਨ ਬਣਾਇਆ ਸੀ। ਉਹ ਕਾਨੂੰਨ ਦੀ ਚਰਚਾ ਬਹੁਤ ਘੱਟ ਹੋਈ ਹੈ। ਅੱਛਾ ਜੀ। ਉਹ ਕਾਨੂੰਨ ਬਣਾਇਆ ਸੀ ਵਾਤਾਵਰਨ ਨੂੰ ਬਚਾਉਣ ਵਾਲਾ, ਐਂਟੀ ਪ੍ਰਦੂਸ਼ਣ। ਐਂਟੀ ਪ੍ਰਦੂਸ਼ਣ ਵਾਲਾ ਜਿਹੜਾ ਕਾਨੂੰਨ ਬਣਾਇਆ, ਉਹਦੇ ਤੇ ਕਿਸਾਨਾਂ ਦੇ ਉੱਤੇ ਇੰਨਾ ਬੋਝ ਪਾਤਾ ਵੀ ਜੇ ਪਰਾਲੀ ਨੂੰ ਅੱਗ ਲੱਗ ਗਈ ਨਾ ਜਿਹਨੇ ਲਾਤੀ ਤੇ ਉਹਨੂੰ ਤਾਂ ਮਤਲਬ ਉਹਦੀ ਜਾਇਦਾਦ ਵਿਕ ਜੂਗੀ, ਉਹ ਤੇ ਜੁਰਮਾਨਾ ਨਹੀਂ ਭਰਿਆ ਜਾਣਾ।
ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਹੈ ਵੀ ਕਿਸਾਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ। ਪਰਾਲੀ ਨਾਲ ਤਾਂ ਜਿਹੜਾ ਉਹਨਾਂ ਧੂਆਂ ਫੈਲਦਾ ਨਹੀਂ, ਉਹਨਾਂ ਪ੍ਰਦੂਸ਼ਣ ਫੈਲਦਾ ਨਹੀਂ ਜਿੰਨਾ ਤੁਹਾਡੀਆਂ ਦੂਜੀਆਂ ਚੀਜ਼ਾਂ ਨਾਲ ਫੈਲਦਾ। ਜੀ ਜੀ, ਇਹ ਕਾਨੂੰਨ ਬਣਾਈ ਜਾਂਦੇ। ਕਿਸਾਨ ਕਹਿੰਦੇ ਮਿੱਤਰੋ ਇਹ ਕਾਨੂੰਨ ਵੀ ਵਾਪਸ ਲਓ। ਅੱਗੇ ਕਿਸਾਨ ਕਹਿੰਦੇ ਵੀ ਇਹ ਤਾਂ ਅਸੀਂ ਦੇਖਾਂਗੇ ਨਾ ਕੀ ਕਰਨਾ। ਉਹਨਾਂ ਨੇ ਫਿਰ ਕਈ ਚੀਜ਼ਾਂ ਰੱਖਤੀਆਂ। ਉਹ ਕਹਿੰਦੇ ਵੀ ਜਿਹੜਾ ਉੱਥੇ ਥੋੜਾ ਹੈ ਨਾ ਅਜੇ ਮਿਸ਼ਰਾ, ਜਿਹਦੇ ਮੁੰਡੇ ਨੇ ਉੱਥੇ ਸਾਰਾ ਕੁਝ ਕੀਤਾ, ਕਹਿੰਦੇ ਤਾਂ ਅਜੇ ਵੀ ਕੈਬਨਿਟ 'ਚ ਬੈਠਾ ਹਾਂ, ਉਹਨੂੰ ਕੱਢ ਕੇ ਬਾਹਰ ਕਰੋ। ਹੁਣ ਇਸ ਕਿਸਮ ਦੀਆਂ ਉਹਨਾਂ ਨੇ ਸ਼ਰਤਾਂ ਲਾਤੀਆਂ। ਉਹ ਕਹਿੰਦੇ ਫਿਰ ਉਦੋਂ ਬਾਅਦ ਵੇਖਾਂਗੇ ਨਾ ਅਸੀਂ ਕੀ ਕਰ ਰਹੇ। ਜੀ ਜੀ, ਹੁਣ ਇਹਦੇ ਬਾਰੇ ਉਹਨਾਂ ਨੇ ਕਿਹੜਾ ਕਹਿਤਾ, ਪ੍ਰਧਾਨ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ, ਪਰ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਇੱਕ ਤਰਫਾ ਗੱਲ ਕੀਤੀ ਹੈ। ਜਿਹੜੀ MSP ਵਾਲੀ ਕਮੇਟੀ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ, ਉਹ ਕਹਿੰਦੇ ਇਸ ਕਮੇਟੀ 'ਚ ਬੰਦੇ ਕੌਣ ਹੋਣਗੇ? ਇਹ ਸਾਡੇ ਨਾਲ ਬੈਠ ਕੇ ਗੱਲ ਕਰੋ। ਇਹ ਜਿੰਨੀ ਦੇਰ ਬੈਠ ਕੇ ਗੱਲ ਨਹੀਂ ਕਰਦੇ ਉਨੀ ਦੇਰ ਵਾਪਸ ਨਹੀਂ ਜਾਵਾਂਗੇ। ਇਹ ਕਰਕੇ ਉਹਨਾਂ ਨੇ ਅਲਟੀਮੇਟਮ ਦਿੱਤਾ, ਇੱਕ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ। ਉਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਮੈਂ ਜਿਹਦਾ ਜ਼ਿਕਰ ਕੀਤਾ ਇਹ ਪਾਤੀਆਂ ਵੀ ਆਹ ਮੰਗਾਂ ਸਾਡੀਆਂ, ਤੇ ਇਹਦੇ ਤੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਖੁੱਲੀ ਚਿੱਠੀ ਲਿਖਤੀ। ਉਹਦਾ ਪ੍ਰਧਾਨ ਮੰਤਰੀ ਸਾਹਿਬ ਜੋ ਜਵਾਬ ਦੇਣਗੇ, ਟਾਈਮ ਵੀ ਦਿੱਤਾ ਕਿਸਾਨਾਂ ਨੇ ਜੀ ਜੀ ਕਿ 27 ਤਾਰੀਖ ਤੱਕ ਤੁਹਾਡੇ ਕੋਲ ਟਾਈਮ ਹੈਗਾ। 29 ਨੂੰ ਹੋਣਾ ਹੈ ਤੇ 27 ਤਾਰੀਖ ਤੱਕ ਭਾਈ ਜੇ ਤਾਂ ਤੁਸੀਂ ਕੋਈ ਫੈਸਲਾ ਕਰ ਲਓਗੇ ਸਾਡੇ ਨਾਲ ਤਾਂ ਠੀਕ ਹੈ ਨਹੀਂ ਅਸੀਂ 27 ਨੂੰ ਦੁਬਾਰਾ ਜੁੜਾਂਗੇ। ਤੇ ਨਾਲ ਅਗਲੀ ਗੱਲ ਵੀ ਕਹਿਤੀ ਕਿ ਕਿਸਾਨ ਮੁੜਨਗੇ ਨਹੀਂ। ਹੁਣ ਟਰੈਕਟਰ ਮਾਰਚ ਪਾਰਲੀਮੈਂਟ ਨੂੰ ਵੀ ਜਾਊਗਾ 29 ਨੂੰ ਜਾਊਗਾ ਸੰਕੇਤਕ ਜਾਣਗੇ ਬੰਦੇ 500 ਹੀ ਹੋਣਗੇ ਟਰੈਕਟਰ। ਇਸ ਕਰਕੇ ਮਤਲਬ ਜਿਹੜੀ ਹੈਗੀ ਹੈ ਜੀ ਉਹਨਾਂ ਨੇ 27 ਤੱਕ ਜਿਹੜੀ ਰਣਨੀਤੀ ਉਲੀਕਣ ਦਾ ਆਪਣਾ ਪ੍ਰੋਗਰਾਮ ਉਹ ਮੁਲਤਵੀ ਕੀਤਾ, 27 ਨੂੰ ਹੋ ਜਾਊਗਾ। ਇਹਦਾ ਮੈਂ ਆਪਣੇ ਦੱਸ ਕੇ ਵੀ ਗਏ ਸ਼ਿਵਿੰਦਰ ਜੀ, ਕਹਿੰਦੇ ਜੀ ਕਿਸਾਨਾਂ ਨੇ ਹੁਣ ਕਹਿੰਦੇ ਇੱਧਰੋਂ ਕਣਕਾਂ ਬੀਜ ਕੇ ਵਿਹਲੇ ਹੋ ਗਏ ਤੇ ਚਾਲੇ ਪਾਤੇ ਉੱਧਰ ਨੂੰ ਬਹੁਤ ਪਹੁੰਚ ਗਏ। ਅੱਜ ਤੁਸੀਂ ਦੇਖੋ ਲਖਨਊ ਅੱਜ ਜਿਹੜਾ ਆਪਣੀ ਰੈਲੀ ਹੋਈ ਹੈ, ਮਹਾ ਪੰਚਾਇਤ ਹੋਈ ਹੈ। ਡਿਟੇਲਸ ਤਾਂ ਆਉਣੀਆਂ ਬਾਕੀ ਹੈ, ਪਰ ਕਹਿੰਦੇ ਕੱਟ ਸਵੇਰ ਤੋਂ ਸ਼ੁਰੂ ਹੋ ਗਿਆ ਸੀ। ਅਰਲੀ ਇਨ ਦੀ ਮਾਰਨਿੰਗ ਹੀ ਸ਼ੁਰੂ ਹੋ ਗਿਆ ਸੀ ਵੀ ਹੀਰਾ ਕਣਕ ਤੋਂ ਵਿਹਲੇ ਹੁਣ ਨਾ ਬੋਲੇ। ਦੇਖੋ ਗੱਲ ਹੈ ਵੀ ਕਿਸਾਨ ਤਾਂ ਡਿੱਗਿਆ ਪਿਆ ਵੀ ਮਾਨ ਨਹੀਂ। ਬਿਲਕੁਲ ਹੁਣ ਤਾਂ ਉਹ ਹੌਸਲੇ ਦੇ ਵਿੱਚ ਜੇਤੂ ਜਰਨੈਲ ਹੈ। ਹੁਣ ਤਾਂ ਉਹ ਸ਼ੁਗਲ ਜਿਹੜੇ ਕਹਿੰਦੇ ਨਾ ਜਿੱਤ ਮਨਾਉਣ ਵਾਸਤੇ 26 ਜਨਵਰੀ ਨੂੰ ਉਹਨਾਂ ਨੇ ਜਿੱਤ ਦੇ ਜਸ਼ਨ ਮਨਾਉਣੇ ਉੱਥੇ। ਬਿਲਕੁਲ ਜੀ ਬਿਲਕੁਲ। 26 ਜਨਵਰੀ ਜਿਹਦੇ ਇੱਕ ਸਾਲ ਪੂਰਾ ਹੋ ਜਾਣਾ 26 ਜਨਵਰੀ ਨੂੰ। ਇਸ ਕਰਕੇ 11 ਮਹੀਨੇ ਵਾਲਾ ਅੰਦੋਲਨ ਨਹੀਂ ਜੀ, ਇਹ 12 ਮਹੀਨੇ ਪੂਰੇ ਹੋਣਗੇ। ਗਾਹ ਵੀ ਟੱਪ ਸਕਦਾ। ਹੁਣ ਇਹ ਉਹ ਕਹਿੰਦੇ ਬਾਹਮ ਰੋੜ ਕੇ ਅਸੀਂ ਤਾਂ ਬਾਹਮ ਰੋੜਾਂਗੇ ਵੀ ਰੱਖ ਇੱਥੇ ਸਾਡੇ ਹੱਕ ਇੱਥੇ ਰੱਖ। ਉਹ ਹੁਣ ਹੱਕ ਰਖਾਉਣ ਵਾਸਤੇ ਕਰਨ ਲੱਗੇ ਜੀ। ਤੇ ਢਿੱਲੋਂ ਸਾਹਿਬ ਰਾਜਾ ਵੜਿੰਗ ਤਾਂ ਬੱਸਾਂ ਪ੍ਰਾਈਵੇਟ ਅੰਦਰ ਤਾੜੀ ਜਾਂਦਾ ਤੇ ਜਿਹੜੇ ਸਰਕਾਰੀ ਟਰਾਂਸਪੋਰਟ ਕਾਮੇ ਹੈ ਉਹ ਕਹਿੰਦੇ ਅਸੀਂ ਅਣਮਿੱਥੇ ਦੀ ਹੜਤਾਲ ਤੇ ਜਾਣਾ ਹੈ। ਕਿਉਂ ਚੱਲੇ ਆ? ਲੋਕਾਂ ਦਾ ਕੀ ਬਣੂ? ਦੇਖੋ ਜੀ, ਇੱਕ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਜੀ ਇੱਕ ਵਾਅਦਾ ਕੀਤਾ ਸੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ। ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਜੀ। ਅਕਾਲੀ ਦਲ ਵਾਲਿਆਂ ਨੇ ਵੀ ਕਿਹਾ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ। ਜਾਂਦੇ ਹੋਏ ਅਕਾਲੀ ਦਲ ਵਾਲੇ ਇੱਕ ਕਾਨੂੰਨ ਬਣਾ ਗਏ ਸੀ, ਆਰਡੀਨੈਂਸ ਆਪਣਾ ਇੱਕ ਉਹਨਾਂ ਨੇ ਵਿਧਾਨ ਸਭਾ ਦੇ ਵਿੱਚੋਂ ਕਾਨੂੰਨ ਪਾਸ ਕਰਵਾ ਲਿਆ ਸੀ। ਗਵਰਨਰ ਤੋਂ ਉਹਦੀ ਮਨਜ਼ੂਰੀ ਸ਼ਾਇਦ ਮਿਲ ਗਈ ਸੀ, ਲੇਕਿਨ ਉਹ ਨੋਟੀਫਾਈ ਨਹੀਂ ਹੋਇਆ ਸੀ। ਅੱਛਾ ਜੀ। ਉਦੋਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ 27,000 ਮੁਲਾਜ਼ਮ ਪੱਕਾ ਹੋਊਗਾ, ਜਿਸ ਮੁਲਾਜ਼ਮ ਨੇ 3 ਸਾਲ ਦੀ ਸਰਵਿਸ ਕਰ ਲਈ ਉਹਨੂੰ ਅਸੀਂ ਪੱਕਾ ਕਰ ਦਿਆਂਗੇ। ਇਹਨਾਂ ਨੇ ਮੁੜ ਕੇ ਕਹਿਤਾ ਜੀ ਨਹੀਂ ਇਹ ਤਾਂ ਨਾ ਗੜਬੜ ਕਰਕੇ ਅਕਾਲੀ ਦਲ ਵਾਲੇ ਉਹਨਾਂ ਨੇ ਕਿਹਾ ਅਸੀਂ ਸਵਾਰ ਕੇ ਕਾਨੂੰਨ ਬਣਾਵਾਂਗੇ ਜਿਹਨੂੰ ਅਦਾਲਤ ਚੁਣੌਤੀ ਨਾ ਦਿੱਤੀ ਜਾ ਸਕੇ। ਅੱਛਾ ਜੀ। ਲਓ ਜੀ, ਪਹਿਲੇ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ 4.5 ਸਾਲ ਦਾ ਰਾਜ ਭਾਗ ਕਰਕੇ ਰੁਖਸਤ ਹੋ ਗਏ ਤੇ ਚੰਨੀ ਸਾਹਿਬ ਆ ਗਏ ਜੀ। ਚੰਨੀ ਸਾਹਿਬ ਨੇ ਆਪਣੀ ਪਹਿਲੀ ਕੈਬਨਿਟ ਦੇ ਵਿੱਚ ਕਿਹਾ ਸੀਗਾ ਕਿ ਜਿਹੜਾ ਹੜਤੂਲਾਂ ਭਰਾਵੋ ਤੁਸੀਂ ਕਰ ਦਿਓ ਬੰਦ, ਮੈਂ ਆ ਗਿਆ ਹੁਣ ਮੈਂ ਆ ਗਿਆ ਤੇ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗਾ। ਲਓ ਜੀ, ਮਸਲੇ ਹੱਲ ਕਰਦਿਆਂ ਜਿਹਦੇ ਅਸੈਂਬਲੀ ਦਾ ਸੈਸ਼ਨ ਬੀਤ ਚੁੱਕਿਆ ਜੀ, ਉਹਦੇ ਕਹਿੰਦੇ ਜੀ ਅਸੀਂ ਇੱਕ ਕਾਨੂੰਨ ਬਣਾਤਾ ਕਿ ਉਹਨਾਂ ਸਾਰੇ ਮੁਲਾਜ਼ਮਾਂ ਨੂੰ 36,000 ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ ਜਿਨ੍ਹਾਂ ਦੀਆਂ ਸਰਵਿਸਿਸ 10 ਸਾਲ ਹੈ ਜੀ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਦੂਜਾ ਕੀ ਹੋਇਆ? ਅਜੇ ਤੱਕ ਉਹ ਨੋਟੀਫਾਈ ਨਹੀਂ ਹੋਇਆ। ਬਿਲਕੁਲ ਠੀਕ ਹੈ। ਇਹ ਤੋਂ ਬਾਅਦ ਕੀ ਹੋਇਆ? ਜਿਹੜੀ ਅਗਲੀ ਗੱਲ ਕੀਤੀ ਕਿ ਜਿੰਨੇ ਬੋਰਡ ਹੈ, ਜਿੰਨੀਆਂ ਕਾਰਪੋਰੇਸ਼ਨ ਹੈ, ਉਹਦੇ ਤੇ ਇਹ ਕਾਨੂੰਨ ਲਾਗੂ ਨਹੀਂ ਹੋਊਗਾ। ਅੱਛਾ ਜੀ। ਹੁਣ ਜਿਹੜੀ ਰਾਜੇ ਵੜਿੰਗ ਦੀ ਗੱਲ ਆ ਕਰਕੇ ਫੜ ਕੇ ਬੰਦ ਕਰ ਰਿਹਾ। ਜਿਹੜੇ ਇਹ ਸਾਡੇ ਮੁਲਾਜ਼ਮ ਹੈ PLTC ਇਹਦਾ ਕਾਰਪੋਰੇਸ਼ਨ ਪਨਬਸ ਦੇ ਵਿੱਚ ਹੈ, ਇਹ ਕਾਰਪੋਰੇਸ਼ਨ ਆ ਗਈ। ਇਹ ਮੁਲਾਜ਼ਮ ਜਿਹੜੇ ਹੈਗੇ ਆ ਇਸ ਵੇਲੇ ਰਾਜੇ ਵੜਿੰਗ ਦੇ ਮੁਤਾਬਕ ਵੀ ਜੇ ਆਪਾਂ ਗੱਲ ਕਹੀਏ ਤੇ ਕਹਿੰਦੇ ਜੀ ਕਰੋੜ ਰੁਪਇਆ ਕਮਾਈ ਰੋਜ਼ ਆਉਣ ਲੱਗੀ। ਉਹ ਕਿਹਦੇ ਸਿਰ ਤੇ ਆਉਂਦੀ ਹੈ? ਇਹਨਾਂ ਦੇ ਸਿਰ ਤੇ ਆਉਂਦੀ ਹੈ। ਤੇ ਇਹਨਾਂ ਵਿਚਾਰਿਆਂ ਨੂੰ ਤਨਖਾਹਾਂ ਕੀ ਮਿਲਦੀਆਂ? ਕਹਿੰਦੇ 30% ਇਹਨਾਂ ਦੀ ਤਨਖਾਹ ਵਧਾਤੀ, ਲੇਕਿਨ ਉਹਨਾਂ ਦੇ ਜਿਹੜੀ ਸ਼ਾਂਤੀ ਦੀ ਤਲਵਾਰ ਆ ਉਹਨਾਂ ਦੇ ਗਲ ਦੇ ਉੱਤੇ ਲਮਕੀ। ਹਾਂ ਬਿਲਕੁਲ। ਉਹ ਕਹਿੰਦੇ ਜੀ ਸਾਨੂੰ ਰੈਗੂਲਰ ਕਰ ਦਿਓ। ਕਹਿੰਦੇ ਜੀ ਇਹ ਕਾਰਪੋਰੇਸ਼ਨ ਵਿੱਚ ਰੈਗੂਲਰ ਇਹਨੂੰ ਕਰਦੇ, ਪਰ ਹੁਣ ਉਹ ਖਾੜਕੂ ਜਮਾਤ ਹੈ। ਉਹਨਾਂ ਨੇ ਫੈਸਲਾ ਕਰ ਲਿਆ ਜੀ ਕੱਲ ਤੋਂ 23 ਤਾਰੀਖ ਤੋਂ ਜੀ ਅਣਮਿੱਥੇ ਸਮੇਂ ਦੀ ਹੜਤਾਲ। 27 ਡਿਪੂ ਆ ਪੰਜਾਬ 'ਚ PLTC ਦੇ। ਹਾਂਜੀ ਹੈਗੇ ਆ।
ਰੋਡਵੇਜ਼ ਤੋਂ ਵੱਡੀ ਹੈ। ਪਹਿਲੇ ਤਾਂ ਪਾਰਮਿਟ ਤੇ ਕਰਤੇ ਇਹਨਾਂ ਨੇ, ਰੱਦ ਰੁੱਤ ਜੇ ਵਾਹਵਾ ਹੋ ਗਏ ਪ੍ਰਾਈਵੇਟਾਂ ਦੀ 800-900 ਹਾਂ ਟਿੰਬਰੀ ਕਸਤੀ ਹੈ। ਹੁਣ ਉਹ ਬੱਸਾਂ ਤਾਂ ਹੋ ਗਈਆਂ, ਉਹ ਤਾਂ ਚੱਲਣਗੀਆਂ ਨਹੀਂ, ਉਹਨਾਂ ਨੂੰ ਕਿਸੇ ਨੇ ਚੱਲਣ ਨਹੀਂ। ਜਦੋਂ ਜਦੋਂ ਰੋਡਵੇਜ਼ ਦੀਆਂ ਆਪਣੇ ਕਾਰਪੋਰੇਸ਼ਨ ਦੀਆਂ ਬੱਸਾਂ ਵੀ ਖੜੀਆਂ ਤੇ ਲੋਕਾਂ ਦਾ ਹਾਲ ਕੀ ਹੋਊ? ਲੋਕਾਂ ਦਾ ਕੀ ਹੋਊਗਾ? ਹਾਹਾਕਾਰ ਮਚ ਜਾਣੀਆਂ ਸਾਰੇ ਪਾਸੇ। ਇਹਦੇ ਨਾਲ ਹੀ ਦਾਨੇ ਵਾਲੀ ਸਭ ਕੱਲ ਇੱਕ ਹੋਰ ਹੋਈ ਹੈ। ਅੱਛਾ ਜੀ। ਇੱਕ ਚੰਡੀਗੜ੍ਹ ਦੇ ਵਿੱਚ ਵੀ ਰੈਲੀ ਹੋਈ ਸੀ। ਚੰਡੀਗੜ੍ਹ 'ਚ ਰੈਲੀ ਕਰਕੇ ਜਦੋਂ ਰੈਲੀ ਵਾਲੇ ਲੋਕ ਜਾਣ ਲੱਗੇ ਨਾ ਮੁੱਖ ਮੰਤਰੀ ਦੇ ਘਰ ਨੂੰ, ਉਦੋਂ ਉਹਨਾਂ ਨੂੰ ਰੋਕ ਲਿਆ ਜੀ। ਕਹਿੰਦੇ ਜੀ ਨਾ ਜਾਓ ਨਾ ਜਾਓ, ਤੁਹਾਡੀ ਅਸੀਂ ਮੀਟਿੰਗ ਰਖਾ ਦਿੰਦੇ ਹਾਂ। ਕਿਹਦੇ ਨਾਲ ਜੀ? ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨਾਲ। ਅੱਛਾ, ਮੁੱਖ ਮੰਤਰੀ ਸਾਹਿਬ ਕਾਹਦੇ ਵਾਸਤੇ? ਕਹਿੰਦੇ ਜੀ ਤੁਹਾਡੀ ਅਸੀਂ ਗੱਲਬਾਤ ਕਰਾ ਦਾਂਗੇ, 24 ਤਾਰੀਖ ਦੀ ਮੀਟਿੰਗ ਰੱਖ ਲਈ। ਇਹ ਜਿਨ੍ਹਾਂ ਲੋਕਾਂ ਨੇ ਕੱਲ ਰੈਲੀ ਕੀਤੀ ਸੀ ਜੀ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਕੌਣ ਕੌਣ ਹੈ? ਮਿਡ ਡੇ ਮੀਲ, ਆਸ਼ਾ ਵਰਕਰ ਜੀ, ਜੰਗਲਾਤ ਮਹਿਕਮੇ ਦੇ ਕਾਮੇ, ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਇਹਦੇ ਨਾਲ ਸੰਬੰਧਿਤ ਸਟਾਫ ਨਰਸਾਂ, ਤੇ ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਹੈ ਕੰਟਰੈਕਟ, ਉਹ ਨਾਨ ਟੀਚਿੰਗ ਸਟਾਫ, ਉਹ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਉਹ ਇਹਨਾਂ ਸਾਰਿਆਂ ਨੇ ਕੱਲ ਜੀ ਰੈਲੀ ਕੀਤੀ ਸੀ। ਅਗਲੀ ਰੈਲੀ ਜੀ ਜਿਹੜਾ ਇਹਨਾਂ ਨੇ 5 ਦਸੰਬਰ ਨੂੰ ਕਰਨੀ ਹੈ ਜਲੰਧਰ ਦੇ ਵਿੱਚ। ਅੱਛਾ ਜੀ। ਤੇ ਨਾਲ ਹੀ ਇਹਨਾਂ ਕਾਮਿਆਂ ਨੇ ਫੈਸਲਾ ਕਰ ਲਿਆ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੇ ਨੈਸ਼ਨਲ ਹਾਈਵੇ ਹੈ 3 ਥਾਵਾਂ ਤੇ, ਮਾਝਾ, ਮਾਲਵਾ, ਦੁਆਬਾ, ਉਹਨਾਂ ਨੂੰ ਅਸੀਂ ਜਾਮ ਕਰਾਂਗੇ, ਅਸੀਂ ਕੁਛ ਨਹੀਂ ਚੱਲਣ ਦੇਵਾਂਗੇ। ਅੱਜ ਲੁਧਿਆਣੇ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਸਾਹਿਬ ਤੇ ਕਾਂਗਰਸ ਪ੍ਰਧਾਨ ਸਾਹਿਬ ਰੈਲੀ ਤੇ ਗਏ ਸੀ। ਹਾਂਜੀ। ਉਹ ਤੋਂ ਪਹਿਲਾਂ ਇਹਨਾਂ ਦੇ ਕੁਝ ਲੀਡਰਾਂ ਦੀਆਂ ਗ੍ਰਿਫਤਾਰੀਆਂ ਵੀ ਕਰ ਲਈਆਂ ਵੀ ਇਹ ਕਿਤੇ ਕੋਈ ਗੜਬੜ ਨਾ ਕਰ ਦੇਣ, ਸਿਰ ਤੇ ਚੋਣਾ ਹੈ। ਇਸ ਕਿਸਮ ਦੀ ਗੱਲ ਹੋ ਰਹੀ ਹੈ। ਮਤਲਬ ਲੋਕਾਂ ਨੂੰ ਉੱਥੇ ਦਾ ਕੰਮ ਹੋਰ ਹੀ ਹੋ ਗਿਆ। ਢਿੱਲੋਂ ਸਾਹਿਬ ਲੁਧਿਆਣੇ ਖਬਰਾਂ ਆ ਰਹੀਆਂ, ਡਿਟੇਲ ਤਾਂ ਮੈਂ ਕੱਲ ਨੂੰ ਆਪਾਂ ਡਿਸਕਸ ਕਰਾਂਗੇ। ਕਹਿੰਦੇ ਨਾਲ ਵਿਆਹ ਸੀ, ਕਹਿੰਦੇ ਉਹ ਡੋਲੀ ਵਾਲੀ ਕੁੜੀ ਨੂੰ ਵੀ ਕਹਿੰਦੇ ਬਾਈ ਪੈਦਲ ਤੁਰ ਕੇ ਜਾਣਾ ਜਾਵੜਾ, ਨਹੀਂ ਤਾਂ ਗੱਡੀਆਂ ਚੱਕ ਕੇ ਲੈ ਜਾਾਂਗੇ ਤੁਹਾਡੀਆਂ। ਕਹਿੰਦੇ ਠੀਕ ਹੈ, ਫਿਰ ਇਹੀ ਹੈ ਨਾ। ਹੁਣ ਇਹ ਤਾਂ ਵੀ ਤੁਰੇ ਜਾਂਦੇ ਨੇ, ਇਕੱਲਾ ਸਲਾਮੀ ਦਿੰਦੀ ਹੈ। ਚੰਨੀ ਸਾਹਿਬ ਇੱਧਰ ਆਏ ਸੀ ਨਾ ਆਪਣੇ, ਹਾਂਜੀ ਹਾਂਜੀ, ਜਿੱਦਾਂ ਨਰਮੇ ਵਾਲਿਆਂ ਦਾ ਦੇਖਣ ਵਾਸਤੇ ਆਏ ਸੀ, ਤੇ ਇਹਨਾਂ ਪਿੰਡਾਂ ਚਲੇ ਗਏ ਸੀ, ਰਾਮਪੁਰਾ ਫੂਲ ਦੇ ਇਲਾਕੇ, ਮੌੜਾ ਵਾਲੇ ਹਲਕੇ 'ਚ, ਸ਼ਾਇਦ ਮੇਰੇ ਖਿਆਲ ਮੰਡੀ ਕਲਾਂ ਹੀ ਗਏ ਸੀ। ਮੰਡੀ ਕਲਾਂ, ਹਾਂਜੀ। ਤੇ ਉਹ ਇੱਕ ਮਤਲਬ ਕੋਈ ਮੱਥਾ ਟੇਕਣ ਜਾਂਦੇ ਸੀ, ਕੁੜੀ ਮੁੰਡਾ ਨਿਊਲੀ ਵੈਡਡ ਸੀ, ਉਹਨੂੰ ਸਲਾਮੀ ਦੇ, ਉਹਨਾਂ ਨੇ ਰੋਕ ਕੇ ਤੇ ਸਲਾਮੀ ਦੇ ਦਿੱਤੀ ਸੀ। ਅਸਲ ਸਲਾਮੀਆਂ ਤਾਂ ਹੁਣ ਮਿਲਣੀਆਂ, ਹੁਣ ਮਿਲਣੀਆਂ ਸਲਾਮੀਆਂ, ਤੇ ਗੱਲ ਸਲਾਮੀਆਂ ਮੋੜਨਗੇ ਵੀ। ਤੇ ਅਗਲੀ ਗੱਲ ਯਾਦ ਰੱਖਣੀ ਚਾਹੀਦੀ ਹੈ ਚੰਨੀ ਸਾਹਿਬ ਨੂੰ ਜੀ, ਕਿ ਪਿਛਲੀ ਵਾਰੀ ਤਾਂ ਆਪਾਂ ਕਹਿੰਦੇ ਸੀ ਜੀ ਸਾਰੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਲੜਨੀਆਂ, ਕਿਉਂਕਿ ਬੀਜੇਪੀ ਵਾਲਿਆਂ ਨੂੰ ਨਿਕਲ ਨਹੀਂ ਦਿੱਤਾ ਸੀ। ਹੁਣ ਤਾਂ ਬੀਜੇਪੀ ਦਾ ਰਾਹ ਵੀ ਖੁੱਲ ਗਿਆ ਹੁਣ, ਤੇ ਬੀਜੇਪੀ ਦੇ ਨਾਲ ਕਈ ਤਿਆਰ ਵੀ ਹੋ ਗਏ। ਰਾਜੇ ਨੇ ਵੀ ਵੱਡੇ ਦੇਤੇ ਜੀ, ਫੁੱਲ ਪੇਜ ਦੇ ਇਸ਼ਤਿਹਾਰ ਦੇਤੇ ਸੀ ਵੀ ਬਹੁਤ ਵਧੀਆ ਗੱਲ ਕੀਤੀ ਹੈ ਆਪਣੇ ਫੌਜੀ, ਇਹਨਾਂ ਨੇ ਆਪਣੇ PM ਸਾਹਿਬ ਨੇ। ਅੱਛਾ, ਵੀ ਰਾਜੇ ਵੜਿੰਗ ਨੇ ਕੈਪਟਨ ਨੇ, ਅੱਛਾ, ਵੀ ਇਹਨਾਂ ਨੇ ਗੱਲ ਕਰ ਲਈ ਹੈ। ਤੇ ਪ੍ਰਗਟ ਸਿੰਘ ਨੇ ਉਹਦਾ ਗੱਲ ਕਿਹਾ, ਕਹਿੰਦਾ ਹੁਣ ਪਤਾ ਲੱਗ ਗਿਆ, ਨਹੀਂ ਤਾਂ ਪਹਿਲੇ ਰਲੇ ਸੀ ਆਪਸ ਵਿੱਚ। ਤੇ ਨਾਲ ਇੱਕ ਇੰਟਰਵਿਊ ਵੀ ਦਿੱਤੀ ਹੈ, ਮੈਂ ਦੇਖ ਰਿਹਾ ਸੀ ਨਿਊਜ਼ 18 ਵਾਲਿਆਂ ਨਾਲ। ਅੱਛਾ ਜੀ। ਉਹ ਕਹਿੰਦੇ ਤੁਹਾਡੇ ਨਾਲ ਹੋਰ ਕੌਣ ਆਉਣਗੇ ਜੀ? ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ ਸਾਡੇ ਨਾਲ ਤਾਂ ਫਿਰ ਉਹ ਵੀ ਆਉਣਗੇ, ਢੀਂਡਸੇ ਹੋਰੀ ਜੀ। ਉਹਦੀ ਤੁਹਾਡੀ ਗੱਲ ਹੋਈ ਹੈ? ਢੀਂਡਸਾ ਕਹਿੰਦਾ ਮੇਰੇ ਨਾਲ ਨਹੀਂ ਗੱਲ ਹੋਈ, ਮੈਨੂੰ ਅਮਿਤ ਸ਼ਾਹ ਨੇ ਦੱਸਿਆ। ਅੱਛਾ, ਵੀ ਆਉਣਗੇ। ਤੇ ਢੀਂਡਸੇ ਹੋਰਾਂ ਦੇ ਮੂਹਰੇ ਵੀ ਡਿੱਕਾ ਹੀ ਲੱਗਿਆ ਸੀ ਨਾ। ਇਹ ਪਤਾ ਨਹੀਂ ਕੀ ਕਿਹੋ ਜਿਹਾ ਕੀ ਮੋਰਚੇ ਬਣਨੇ, ਕੈ ਕੋਨਾ ਮੁਕਾਬਲਾ ਹੋਣਾ। ਔਰ ਉਹਨਾਂ ਜਦੋਂ ਕਈ ਕੋਨੇ ਮੁਕਾਬਲੇ ਦੇ ਵਿੱਚ ਮੁਲਾਜ਼ਮ ਵਰਗ ਸਭ ਤੋਂ ਅਹਿਮ ਚੀਜ਼ ਹੈ। ਜੀ ਜੀ ਜੀ। ਪੈਨਸ਼ਨਰ ਵੀ ਤੇ ਮੁਲਾਜ਼ਮੀ ਪੈਨਸ਼ਨਰ ਵੀ ਆ, ਕੁਛ ਦਿਨ ਪਹਿਲਾਂ ਇੱਥੇ ਬਠਿੰਡੇ 'ਚ ਪ੍ਰੋਟੈਸਟ ਕਰਕੇ ਗਏ, ਮੁਜ਼ਾਹਰਾ ਕਰਕੇ ਗਏ FM ਦੇ ਦਫ਼ਤਰ ਤੱਕ, ਵਿੱਤ ਮੰਤਰੀ ਦੇ ਦਫ਼ਤਰ ਤੱਕ ਉਹ ਕਰਕੇ ਗਏ। ਸੋ ਇਹ ਗੱਲ ਛੋਟੀ ਨਹੀਂ, ਗੱਲ ਬਹੁਤ ਵੱਡੀ ਹੈ। ਸਰਕਾਰ ਨੂੰ ਚਾਹੀਦਾ ਕਿ ਜਿਹੜੇ ਤੁਸੀਂ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਆ, ਘੱਟੋ ਘੱਟ ਜਿਹੜੇ 2-2.5 ਮਹੀਨੇ ਰਹਿੰਦੇ ਆ, ਉਹ ਤਾਂ ਪੂਰੇ ਕਰ ਜੋ ਨਾ। ਬਿਲਕੁਲ, ਕੀ ਪਤਾ ਮੁੜ ਕੇ ਆਉਣਾ ਕਿ ਨਹੀਂ ਆਉਣਾ। ਚੰਨੀ ਸਾਹਿਬ ਨੂੰ ਇੱਕ ਗੱਲ ਚਾਹੀਦੀ ਹੈ ਕਿ ਲਛਮਣ ਸਿੰਘ ਗਿੱਲ ਬਣ ਜੇ। ਲਛਮਣ ਸਿੰਘ ਗਿੱਲ ਨੇ ਪੰਜਾਬੀ ਲਾਗੂ ਕੀਤੀ ਸੀ, ਤੇ ਲਛਮਣ ਸਿੰਘ ਗਿੱਲ ਨੇ ਮੁਲਾਜ਼ਮਾਂ ਨੂੰ ਇਹ ਕਹਿੰਦਾ ਸੀ, ਜਦੋਂ ਕਹਿੰਦੇ ਸੀ ਜੀ ਕੇਂਦਰ ਨਾਲ ਜੋੜ ਦਿਓ, ਜੋੜਤੇ ਹਾਂ। ਔਰ ਉਹਨੇ ਲਿੰਕ ਰੋਡਾਂ ਦੀ ਵੀ ਜਿਹੜੀ ਹੈਗੀ ਹੈ ਸ਼ੁਰੂਆਤ ਕਰਵਾਈ ਸੀ, ਤੇ ਅੱਜ ਲੋਕ ਯਾਦ ਕਰਦੇ ਆ ਲਛਮਣ ਸਿੰਘ ਗਿੱਲ ਨੂੰ। ਚੰਨੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਚੰਨੀ ਸਾਹਿਬ ਸ਼ਾਇਦ ਤੁਹਾਨੂੰ ਤਾਂ ਇੱਕ ਚਿਹਰੇ ਦੇ ਤੌਰ ਤੇ ਅੱਗੇ ਲਿਆਂਦਾ, ਕਿਉਂਕਿ ਜਿਵੇਂ ਹਾਈ ਕਮਾਂਡ ਝੁਕਦੀ ਹੈ ਨਾ ਵਾਰੀ ਵੀ ਆਹ ਵੀ ਕਰਵਾ ਦਿਓ ਜੀ, ਚਲੋ ਫਿਰ ਪਟਵਾਲੀਆ ਸਾਹਿਬ ਨੂੰ ਲਾ ਦਿਓ ਜੀ। ਪਟਵਾਲੀਆ ਲਾਤਾ, ਦੱਸੋ ਜਿਹਦੇ ਪਿੱਛੇ ਰੌਲਾ ਸੀ, ਉਹੀ ਤਾਂ ਗੱਲ ਆ ਗਈ ਨਾ। ਹੁਣ ਕਹਿੰਦੇ DGP ਵੀ ਉਹਦੀ ਮਰਜ਼ੀ ਮੁਤਾਬਕ ਲਾਉਣਗੇ, ਤੇ ਚਿਹਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ, ਮੁੱਖ ਮੰਤਰੀ ਨੂੰ ਬਣਾਉਣਾ। ਤੂੰ ਆਪਦੀ ਤਖਤੀ ਤੇ ਤਾਂ ਨਾਂ ਲਿਖਾ ਲਿਆ ਚੰਨੀ ਸਾਹਿਬ, ਤੇ ਨਾਲ ਲੋਕਾਂ ਦੇ ਵਿੱਚ ਆਪਣੀ ਛਵੀ ਕਹਿਣੀ ਪਿਆ। ਲੋਕ ਕਹਿਣ ਵੀ ਇਹ ਗਰੀਬ ਤਬਕੇ 'ਚ ਇੱਕ ਬੰਦਾ ਆਇਆ ਸੀ, ਉਹ ਸਾਨੂੰ ਪੱਕੇ ਕਰ ਗਿਆ, ਕਰ ਜਾ ਕਿਤੇ ਆਹ ਜਿਹੜੇ ਨਾਲ ਤੇਰੇ ਅੱਗੇ ਪਿੱਛੇ ਫਿਰਦੇ ਆ ਨਾ, ਬਗਾਨੀ ਸ਼ਾਹ ਤੇ ਮੁੱਛਾਂ ਨਾ ਬਣਾ ਲਈ ਜੀ। ਪਰ ਉਹ ਕਹਿੰਦੇ ਜੀ ਬਗਾਨੀ ਸ਼ਾਹ ਤੇ ਮੁੱਛਾਂ ਨਾ ਬਣਾ ਲਿਓ, ਪਰ ਗੱਲ ਹੈ ਵੀ ਸਿਆਸਤ 'ਚ ਕਹਿੰਦੇ ਬੰਦਾ ਰਿਟਾਇਰ ਨਹੀਂ ਹੁੰਦਾ। ਬਾਦਲ ਸਾਹਿਬ ਵੀ ਹੁਣ ਨਿਕਲਿਆ, ਉਹ ਵੀ ਬਿਆਨ ਦੇਣ ਲੱਗ ਪਏ। ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿਤਾ ਮੈਂ ਤਾਂ ਜੀ ਲੜੂੰਗਾ ਚੋਣ। ਕਹਿੰਦਾ ਇਹ ਨਹੀਂ, ਬਾਦਲ ਸਾਹਿਬ ਉਹ ਨੇ ਹਾਈ ਤਾਂ ਦਲੀਲ ਦਿੱਤੀ ਹੈ। ਉਹ ਕਹਿੰਦਾ ਵੀ ਬਾਦਲ ਸਾਹਿਬ ਤਾਂ ਮੈਥੋਂ ਬਹੁਤ ਵੱਡੇ, ਮੈਂ ਅਜੇ ਸਿੰਘ ਦਾ ਹੋਇਆ ਨਹੀਂ, ਬਾਦਲ ਸਾਹਿਬ 95 ਦੇ ਹੋ ਗਏ, 15 ਸਾਲ ਵੱਡੇ ਜੇ ਬਾਦਲ ਸਾਹਿਬ ਸਿਆਸਤ ਦੇ ਵਿੱਚ ਸਰਕਾਰ ਮੈਂ ਤਾਂ ਮੈਂ ਕਿਵੇਂ ਰਿਟਾਇਰ ਹੋ ਜਾ। ਜੀ ਜੀ।
ਬਾਕੀ ਉਹ ਕਹਿੰਦੇ ਜੇ ਸੇਵਾ ਕਰਨੀ ਹੈ, ਬਾਦਲ ਸਾਹਿਬ ਨੇ ਵੀ ਸੇਵਾ ਕਰਨੀ ਹੈ, ਕੈਪਟਨ ਸਾਹਿਬ ਕਹਿੰਦੇ ਮੈਂ ਤੇ ਵੀ ਮੈਂ ਵੀ ਕਰਨੀ। ਸੇਵਾ ਕਰਨੀ ਹਾਂ। ਉਹ ਕਹਿੰਦੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਆਏ ਆ, ਜਿੰਨੀ ਦੇਰ ਆਖਰੀ ਹੰਝੂ ਨਹੀਂ ਪੂੰਝ ਦਿੰਦੇ ਉਨੀ ਦੇਰ ਤੱਕ ਅਸੀਂ ਬੈਠਾਂਗੇ ਕਿਵੇਂ ਕਰੇ। ਹੁਣ ਕਹਿੰਦੇ ਚੋਣ ਲੜਨੀ ਕਿੱਥੋਂ ਹੈ ਜੀ। ਰੌਲਾ ਇਹ ਪੈ ਗਿਆ ਸੀ ਕਿੱਥੋਂ ਲੜਨੀ। ਅੱਛਾ ਜੀ। ਪਹਿਲਾਂ ਕੈਪਟਨ ਸਾਹਿਬ ਨੇ ਐਲਾਨ ਕਰਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਸੀਂ ਤਕੜਾ ਉਮੀਦਵਾਰ ਖੜੇ ਕਰਾਂਗੇ। ਹਾਂਜੀ। ਤੇ ਨਵਜੋਤ ਸਿੰਘ ਸਿੱਧੂ ਬਾਬਾ ਲੰਬੇ ਸਮੇਂ ਤੋਂ ਅੰਮ੍ਰਿਤਸਰ ਛੱਡ ਕੇ ਪਟਿਆਲੇ ਆ ਕੇ ਰਹਿ ਪਏ ਸੀ ਆਪਦੇ ਜੱਦੀ ਘਰ 'ਚ। ਹਾਂਜੀ। ਉਦੋਂ ਇਹ ਹੈਗੀ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਖੜੇ ਹੋਣਗੇ ਪਟਿਆਲੇ ਤੋਂ। ਹੁਣ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਤਾ ਮੈਂ ਤਾਂ ਅੰਮ੍ਰਿਤਸਰ ਤੋਂ ਲੜੂੰਗਾ ਜੀ। ਤੇ ਕੱਲ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕਰਤਾ ਵੀ ਮੈਂ ਵੀ ਪਟਿਆਲੇ ਤੋਂ ਚੋਣ ਲੜੂੰਗਾ। ਕਿਉਂ ਚੋਣ ਲੜੂੰਗਾ? ਕਹਿੰਦੇ ਜੀ ਇਸ ਵਾਸਤੇ ਜੀ ਕਿਉਂਕਿ 400 ਸਾਲਾਂ ਦਾ ਕਹਿੰਦੇ ਇਸ ਸ਼ਹਿਰ ਨਾਲ ਸਾਡਾ ਸੰਬੰਧ ਹੈ। ਅੱਛਾ ਜੀ। ਮੰਨਿਆ ਵੀ 400 ਸਾਲਾਂ ਦਾ ਸੰਬੰਧ ਹੈ, ਪਰ ਸ਼ਹਿਰ ਵਾਲੇ ਤੁਹਾਨੂੰ ਕਿੰਨੀ ਕੁ ਖੈਰ ਪਾਉਣਗੇ ਤਾਂ ਉਹਨਾਂ ਤੇ ਇਹ ਤਾਂ ਉਹਨਾਂ ਦੇ ਮਨਸਰ ਕਰਦਾ। ਅਗਲੀ ਗੱਲ ਇਹ ਵੀ ਹੁਣ ਕੌਣ ਹੈ? ਹੁਣ ਕਹਿੰਦੇ ਜੀ ਕਾਂਗਰਸ ਹਾਈ ਕਮਾਂਡ ਅੱਜ ਖਬਰਾਂ ਆ ਰਹੀਆਂ ਅਖਬਾਰਾਂ 'ਚ, ਕਹਿੰਦੇ ਮੁਕਾਬਲਾ ਕੌਣ ਕਰੂਗਾ ਕੈਪਟਨ ਅਮਰਿੰਦਰ ਸਿੰਘ ਦਾ। ਜੀ। ਮੁਕਾਬਲੇ ਦੇ ਵਿੱਚ ਉਹ ਕਹਿੰਦੇ ਜੀ ਲੱਗਦਾ ਇਉਂ ਹੈ ਵੀ ਜਦੋਂ ਤੁਹਾਡੇ ਯਾਦ ਹੋਣੀ ਹੈ 1900 ਮੇਰੇ ਖਿਆਲ ਮੁਤਾਬਕ 92 ਦੀਆਂ ਚੋਣਾਂ ਕੀ ਹੈ ਉਸ ਵੇਲੇ ਜਿਹੜੀ ਹੈਗੀ ਤੁਹਾਡੀ 92 ਹੈ ਜਾਂ ਨਾ ਚੋਣ ਨੂੰ ਤਾਂ ਫਿਰ ਜੇ ਮੁਕਾਬਲਾ ਹੀ ਕਰਨਾ ਤਾਂ ਆਪਾਂ ਉਹਦਾ ਹੀ ਗਿਣ ਲਓ। ਧਰਮਵੀਰ ਗਾਂਧੀ ਨੇ ਕਰਤਾ ਸੀ। ਨਹੀਂ 85 ਵੇਲੇ ਦੀ ਗੱਲ ਹੈ। 85 ਵੇਲੇ ਫਿਰੋਜ਼ਪੁਰ ਤੋਂ ਲੈ ਕੇ ਜੀਰਕਪੁਰ ਤੱਕ ਸਾਰੀਆਂ ਸ਼ਹਿਰੀ ਸੀਟਾਂ ਹਾਰ ਗਈ ਸੀ। ਹਾਂਜੀ। ਉਦੋਂ ਇੱਕ ਸੀਟ ਪਟਿਆਲੇ ਵਾਲੀ ਜਿੱਤ ਲਈ ਸੀ ਤੇ ਉਦੋਂ ਉਮੀਦਵਾਰ ਕੌਣ ਸੀ ਜੀ? ਪਟਿਆਲੇ ਤੋਂ ਸੀ ਬਰਮ ਮਹਿੰਦਰਾ। 85 ਦੀ ਹਾਂ ਬਰਮ ਮਹਿੰਦਰਾ ਸੀ। ਬਰਮ ਮਹਿੰਦਰਾ ਸੀ। ਐਤਕੀ ਕਹਿੰਦੇ ਬਰਮ ਮਹਿੰਦਰੇ ਨੂੰ ਲਾਗੇ ਥਾਪੀਆਂ ਮਾਰਨ ਕਾਂਗਰਸ ਵਾਲੇ ਵੀ ਤੁਸੀਂ ਤਿਆਰ ਹੋ ਤੁਸੀਂ ਕੈਪਟਨ ਸਾਹਿਬ ਦੇ ਖਿਲਾਫ ਲੜੋ। ਤੇ ਬਰਮ ਮਹਿੰਦਰਾ ਦਿਹਾਤੀ ਪਟਿਆਲਾ ਤੋਂ ਹੈ। ਹਾਂਜੀ। ਉੱਥੋਂ ਫਿਰ ਕਹਿੰਦੇ ਵੀ ਤੁਹਾਨੂੰ ਮੁਆਵਜ਼ਾ ਵੀ ਦੇ ਦਿਆਂਗੇ। ਕੈਪਟਨ ਦੇ ਮੁਕਾਬਲੇ 'ਚ ਤੁਸੀਂ ਆ ਜੋ ਤੁਹਾਡੇ ਮੁੰਡੇ ਨੂੰ ਮਹਿੰਦਰੇ ਨੂੰ ਅਸੀਂ ਟਿਕਟ ਉੱਥੋਂ ਦੇ ਦਿਆਂਗੇ। ਅੱਛਾ ਉਹ ਤਾਂ ਦੇਣਾ ਹੀ ਪਊ। ਉਹ ਹਾਂ ਮੇਰਾ ਖਿਆਲ ਹੈ ਵੀ ਇਹਦੇ ਤੇ ਹੁਣ ਦੇਖੋ ਬਰਮ ਮਹਿੰਦਰਾ ਜੀ ਕੀ ਕਰਦੇ ਹੈ। ਮੁਕਾਬਲਾ ਜਿਹੜਾ ਹੈਗਾ ਫਿਰ ਡਾਢਾ ਹੋਊਗਾ ਕਿਹੋ ਜਿਹਾ ਹੁੰਦਾ। ਇਹ ਨਿਰਭਰ ਹੈ ਪਟਿਆਲਾ ਦੇ ਵਸਨੀਕਾਂ ਤੇ ਵੀ ਕੀ ਕਰਦੇ, ਕਿਉਂਕਿ ਸਿੱਧੂ ਸਾਹਿਬ ਵੀ ਫਿਰ ਉੱਥੇ ਆ ਕੇ ਕੌਡੀ ਤਾਂ ਪਾਉਣਗੇ ਨਾ। ਉਹ ਹੋਰ ਕੁਝ ਕਰਨ ਨਾ ਕਰਨ, ਜੇ ਲੜਨ ਭਾਵੇਂ ਲੜਨ, ਉਹ ਆਪ ਤਾਂ ਨਾ ਲੜਨ, ਉਹਨਾਂ ਦੀ ਵਾਈਫ ਵੀ ਸ਼ਾਇਦ ਨਾ ਲੜੇ, ਪਰ ਉਹ ਕੰਪੇਨ ਤੇ ਤਾਂ ਆਉਣਗੇ ਨਾ। ਜੀ ਜੀ। ਕਿਉਂਕਿ ਜਮਾਲਪੁਰ ਵਾਲੇ ਪਾਸੇ ਤਾਂ ਉਹ ਕਹਿ ਕੇ ਵੀ ਮੈਂ ਜ਼ਰੂਰ ਆਊਂ ਭਾਈ, ਚੋਣ ਭਾਵੇਂ ਇਹ ਲੜੇ। ਇਲਜ਼ਾਮ ਭਾਵੇਂ ਉਹਦੇ ਦਾਰੂ ਸਿੱਕੇ ਦੇ ਵੀ ਲੱਗੇ ਆ, ਉਹ ਵੀ ਲੱਗੇ ਆ, ਤੁਹਾਡੇ ਮਾਈਨਿੰਗ ਮੂਨਿੰਗ ਦੇ ਵੀ ਲੱਗੇ ਆ, ਪਰ ਉਹ ਕਹਿੰਦੇ ਬੰਦਾ ਤਾਂ ਮੇਰੇ ਨਾਲ ਖੜਨਾ ਭਾਈ, ਇਹ ਨਾ ਸਮਝੋ ਵੀ ਇੱਥੇ ਜਮਾਲਪੁਰ ਇਲੈਕਸ਼ਨ ਲੜੂਗਾ, ਇਹ ਤਾਂ ਫਿਰ ਮੈਂ ਲੜੂੰਗਾ, ਇਹਦੇ ਮੈਂ ਲੜੂੰਗਾ ਜੀ। ਸੋ ਦੇਖਦੇ ਹਾਂ ਜੀ ਕੀ ਬਣਦਾ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਤੁਹਾਡਾ, ਮਿਹਰਬਾਨੀ। ਤੇ ਪ੍ਰੋਗਰਾਮ ਸ਼ਮਤਾਨ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦਾ ਜੀ। ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਸਾਡੀ ਜਿਹੜੀ ਗੱਲਬਾਤ ਨਹੀਂ ਹੋਏਗੀ, ਸੋ ਮਾਫੀ ਚਾਹੁੰਦੇ ਹਾਂ ਤੁਹਾਡੇ ਨਾਲ ਤੋਂ। ਸੋ ਫਿਲਹਾਲ ਤੁਹਾਡੇ ਤੋਂ ਇਜਾਜ਼ਤ, ਫਿਰ ਮਿਲਦੇ ਹਾਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ। ਤੁਹਾਨੂੰ ਅੱਗੇ ਕੁਝ ਕਹਾਣੀਆਂ ਤੋਂ ਬਾਅਦ ਫਿਰ ਗੀਤ ਬਹਾਰ ਪ੍ਰੋਗਰਾਮ ਤੁਹਾਨੂੰ ਸੁਣਨ ਨੂੰ ਮਿਲੇਗਾ। ਸ਼ਮਾਦਾਨ।